गज के आखिए जी। वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी की फतेह। सतनाम श्री वाहिगुरु साहिब जीओ। माज महला पंजवा। खोजत खोजत दर्शन चाहे, भांत भांत बन बन अवगाहे। निर्गुण सरगुण हर हर मेरा, कोई है जियो आन मिलावै जियो। निर्गुण सरगुण हर हर मेरा, कोई है जियो आन मिलावै जियो। वाहिगुरु। ਇਹ ਪਵਿੱਤਰ ਬਚਨ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਛਤਰ ਚਬਰ ਤਖਤ ਦੇ ਮਾਲਕ ਆਪ ਪਰਮੇਸ਼ਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਇਹਨਾਂ ਬਚਨਾਂ ਰਾਹੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਕੱਲ੍ਹ ਆਪਾਂ ਸਰਵਣ ਕਰ ਰਹੇ ਸੀ ਪਿਛਲਾ ਸ਼ਬਦ, ਜਿਤ ਘਰ ਪਿਰ ਸੁਹਾਗ ਬਣਾਇਆ, ਜਿਸ ਘਰ ਦੇ ਵਿੱਚ ਮਾਲਕ ਪਰਿਪੂਰਨ ਪਰਮਾਤਮਾ ਆਤਮਾ ਦਾ ਪਤੀ ਪਰਮੇਸ਼ਰ ਪ੍ਰਗਟ ਹੋ ਗਿਆ। ਤਿਤ ਘਰ ਸਖੀਏ ਮੰਗਲ ਗਾਇਆ, ਹੈ ਸਹੇਲੀ ਉਸ ਘਰ ਦੇ ਵਿੱਚ ਪਰਮੇਸ਼ਰ ਦੇ ਖੁਸ਼ੀ ਦੇ ਗੀਤ ਗਾਏ ਜਾਂਦੇ ਹਨ। ਤੋ ਗੁਰਮੁਖਾਂ ਦੀ ਬ੍ਰਹਮ ਗਿਆਨੀਆਂ ਦੀ ਅਵਸਥਾ ਇੱਕ ਸੁਹਾਗਣ ਇਸਤਰੀ ਅਤੇ ਗੁਰਮੁਖ ਮਨੁੱਖ ਦੀ ਉਦਾਹਰਨ ਦਿੰਦੇ ਹੋਏ ਆਤਮਾ ਦਾ ਪਤੀ ਪਰਮਾਤਮਾ ਜਿਵੇਂ ਇਸਤਰੀ ਦਾ ਪਤੀ ਮਨੁੱਖ ਹੈ, ਇਸੇ ਤਰ੍ਹਾਂ ਹੀ ਚੰਗੇ ਗੁਣਾਂ ਵਾਲੇ ਜੀਵਾਂ ਦੀ ਉਦਾਹਰਨ ਦਿੰਦੇ ਹੋਏ ਸਤਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਅਤੇ ਉਸ ਦਾ ਜੋ ਫਲ ਹੈ, ਜੋ ਉਸ ਦੀ ਬਖਸ਼ਿਸ਼ ਹੈ, ਉਹ ਦੱਸਣਾ ਕਰਦੇ ਹਨ। ਕੱਲ੍ਹ ਆਪਾਂ ਸਰਵਣ ਕਰ ਰਹੇ ਸੀ ਇਹ ਸ਼ਬਦ ਕਿ ਜਿਨ੍ਹਾਂ ਨੂੰ ਮਾਲਕ ਨੇ ਆਪਣੇ ਨਾਲ ਮਿਲਾ ਲਿਆ, ਮਹਿਮਾ ਤਿਸ ਕੀ ਕਹਿ ਨਾ ਜਾਏ, ਉਹਨਾਂ ਦੀ ਅਸੀਂ ਪੂਰੀ ਮਹਿਮਾ ਵੀ ਨਹੀਂ ਦੱਸ ਸਕਦੇ। ਜੋ ਪਿਰ ਮੇਲ ਲਈ ਅੰਗ ਲਾਏ, ਜਿਸ ਨੂੰ ਮਾਲਕ ਨੇ ਆਪਣੇ ਨਾਲ ਮਿਲਾ ਲਿਆ, ਅੰਗ ਲਾ ਲਿਆ, ਭਾਵ ਆਪਣੀ ਬਣਾ ਲਿਆ। ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨ ਜਾਣੋ ਮਾਨਸ ਦੇਹਾ। ਉਹਨਾਂ ਜੀਵ ਆਤਮਾ ਜੀਵ ਇਸਤਰੀਆਂ ਦਾ ਜਿਹੜਾ ਸਦਾ ਥਿਰ ਰਹਿਣ ਵਾਲਾ ਸੁਹਾਗ ਪਰਮਾਤਮਾ ਬਣ ਗਿਆ। ਫਿਰ ਸੁਹਾਗ ਵਰ ਅਗਾਮੇ ਅਗੋਚਰ, ਜਾਂ ਨਾਨਕ ਪ੍ਰੇਮ ਸਾਧਾਰੀ ਜੀਓ। ਉਹਨਾਂ ਦਾ ਆਸਰਾ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਪਤੀ ਹੋ ਗਿਆ। ਉਸ ਦੇ ਪ੍ਰੇਮ ਦੇ ਵਿੱਚ ਉਹ ਡੁੱਬ ਗਈਆਂ, ਉਸ ਦਾ ਰੂਪ ਹੋ ਗਈਆਂ ਉਹ ਰੂਹਾਂ ਨਾਮ ਜਪਣ ਵਾਲੀਆਂ। ਜਦੋਂ ਇਹ ਵਿਚਾਰਾਂ ਸਤਿਗੁਰਾਂ ਦੀਆਂ ਸੰਗਤਾਂ ਨੇ ਸੁਣੀਆਂ ਤਾਂ ਫਿਰ ਜ਼ਰੂਰ ਜਿਹੜੀ ਵੀ ਕੋਈ ਵਸਤੂ, ਜਿਹੜਾ ਕੰਮ ਕਿਸੇ ਨੂੰ ਚੰਗਾ ਲੱਗਦਾ ਹੈ, ਉਹ ਕੋਸ਼ਿਸ਼ ਕਰਦਾ ਮੈਨੂੰ ਵੀ ਇਹ ਮਿਲੇ। ਇਸੇ ਤਰ੍ਹਾਂ ਪਰਮੇਸ਼ਰ ਦੇ ਮਿਲਾਪ ਦੀ ਮਹਿਮਾ ਦੱਸੀ ਗੁਰੂ ਅਰਜਨ ਦੇਵ ਜੀ ਨੇ। ਤਾਂ ਸੁਣ ਸੁਣ ਅੰਧੇ ਪਾਵੈ ਰਾਹ ਵਾਲੇ ਬਚਨਾਂ ਦੇ ਮੁਤਾਬਕ ਸੁਣਨ ਵਾਲਿਆਂ ਅੰਦਰ ਵੀ ਇੱਛਾ ਪੈਦਾ ਹੋਈ ਕਿ ਐਸਾ ਮਾਲਕ ਪਤੀ ਪਰਮੇਸ਼ਰ ਮੈਨੂੰ ਵੀ ਮਿਲੇ। ਫਿਰ ਉਹ ਵਿਛੜੀ ਹੋਈ ਰੂਹ ਬੇਨਤੀ ਕਰਦੀ ਆ ਗੁਰੂ ਦੇ ਅੱਗੇ। ਪੰਜਵੇਂ ਪਾਤਸ਼ਾਹ ਜੀ ਅਗਲਾ ਸ਼ਬਦ ਇਸੇ ਲੜੀ ਨਾਲ ਜੋੜ ਕੇ ਦੱਸਣਾ ਕਰਦੇ ਹਨ। ਮਾਝ ਮਹੱਲਾ ਪੰਜਵਾ। ਮਾਝ ਰਾਗ ਹੈ, ਪੰਜਵੇਂ ਪਾਤਸ਼ਾਹ ਜੀ ਦਾ ਇਹ ਉਚਾਰਨ ਕੀਤਾ ਹੋਇਆ ਬਚਨ ਹੈ। ਵਿਛੜੀ ਹੋਈ ਰੂਹ ਬੇਨਤੀ ਕਰਦੀ ਆ ਕਿ ਮੈਂ ਵੀ ਐਸੇ ਪਤੀ ਨੂੰ ਮਿਲਣਾ ਚਾਹੁੰਦੀ ਹਾਂ।
क्योंकि असीं अज दे नहीं कई जन्मां तो विछड़े हुए भटक रहे हाँ। कई जन्म पे कीट पतंगा, कई जन्म गज मीन कुरंगा, कई जन्म पंखी सर्प होयो, कई जन्म हैवर बिरख जोयो। कई जन्मां तो असीं भटकदे आ रहे हैं मालक तो बगैर, जिवें कोई इस्त्री मालक तो विछड़ जावे। प्रभ स्वामी कंत बिहूणियां, मीत सज्जन सब जाम। ਜਿਹੜੀਆਂ ਜੀਵ ਇਸਤਰੀਆਂ ਜੀਵ ਆਤਮਾਵਾਂ ਪਰਮਾਤਮਾ ਤੋਂ ਵਿਛੜ ਜਾਂਦੀਆਂ, ਜਿਹੜਾ ਮਨੁੱਖ ਗੁਰੂ ਤੋਂ ਵਿਛੜਿਆ ਹੋਇਆ, ਤੇ ਜਿਵੇਂ ਕੋਈ ਇਸਤਰੀ ਆਪਣੇ ਪਤੀ ਤੋਂ ਵਿਛੜ ਕੇ ਦੁਖੀ ਹੈ, ਇਸੇ ਤਰ੍ਹਾਂ ਅਸੀਂ ਦੁਖੀ ਹਾਂ। ਹੁਣ ਉਹਨਾਂ ਸੁੱਖਾਂ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਹੈ? ਉਹਨੂੰ ਮਿਲਣਾ ਚਾਹੀਦਾ। ਮਿਲਣ ਵਾਸਤੇ ਉਹਨੂੰ ਲੱਭਣਾ ਚਾਹੀਦਾ, ਅਤੇ ਲੱਭਣ ਵਾਸਤੇ ਉਹਨਾਂ ਨੂੰ ਪੁੱਛੀਏ ਜਿਨ੍ਹਾਂ ਨੂੰ ਪਹਿਲਾਂ ਲੱਭ ਗਿਆ, ਜਿਨ੍ਹਾਂ ਨੂੰ ਮਿਲ ਗਿਆ। ਤਾਂ ਇੱਥੋਂ ਸ਼ਬਦ ਆਰੰਭ ਕਰਦੇ ਹਨ ਪੰਜਵੇਂ ਪ੍ਰੀਤਮ। ਖੋਜਤ ਖੋਜਤ ਦਰਸ਼ਨ ਚਾਹੇ, ਮੈਂ ਵੀ ਐਸੇ ਮਾਲਕ ਪਤੀ ਪਰਮੇਸ਼ਰ ਪੂਰਨ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸੀ ਹਾਂ, ਔਰ ਉਹਨੂੰ ਲੱਭਣ ਦੇ ਵਾਸਤੇ ਮੈਂ ਕਿੱਥੇ ਨਹੀਂ ਗਈ। ਭਾਂਤ ਭਾਂਤ ਬਣ ਬਣ ਅਵਗਾਹੇ, ਜੰਗਲਾਂ ਵਿੱਚ, ਗੁਫਾਵਾਂ ਵਿੱਚ, ਦਰਿਆਵਾਂ ਦੇ ਕਿਨਾਰੇ, ਤੀਰਥਾਂ ਦੇ ਕਿਨਾਰੇ, ਧਾਰਮਿਕ ਸਥਾਨਾਂ 'ਤੇ ਮੈਂ ਬਹੁਤ ਉਹਨੂੰ ਲੱਭਦੀ ਫਿਰਦੀ ਹਾਂ, ਪਰ ਮੈਨੂੰ ਹਜੇ ਤੱਕ ਲੱਭਿਆ ਨਹੀਂ। ਜਿਵੇਂ ਇੱਕ ਬਚਨ ਹੈ ਮੇਰੇ ਪ੍ਰੀਤਮ ਜੀ ਦਾ, ਉਮਕਿਓ ਹੀਓ ਮਿਲਣ ਪ੍ਰਭ ਤਾਈ, ਮੇਰੇ ਅੰਦਰ ਉਸ ਮਾਲਕ ਦੇ ਮਿਲਣ ਦੀ ਇੱਛਾ ਪੈਦਾ ਹੋਈ। ਉਮਕਿਓ ਹੀਓ ਮਿਲਣ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰਿਆ ਜਾਈ। ਹੁਣ ਜਦੋਂ ਆਪ ਨੂੰ ਨਾ ਪਤਾ ਹੋਵੇ ਤੇ ਕਿਸੇ ਨਾ ਕਿਸੇ ਨੂੰ ਬੰਦਾ ਪੁੱਛ ਹੀ ਲੈਂਦਾ ਵੀ ਦੱਸ ਦਿਓ ਕਿੱਥੇ ਰਹਿੰਦਾ। ਕਿਸੇ ਵੀ ਚੀਜ਼ ਨੂੰ ਲੱਭਣਾ ਹੋਵੇ ਜਾਣਕਾਰ ਨੂੰ ਪੁੱਛ ਲਈਦਾ। ਇਸੇ ਤਰ੍ਹਾਂ ਹੀ ਜਦੋਂ ਮੇਰੇ ਅੰਦਰ ਉਛਾਲਾ ਉੱਠਿਆ ਮਾਲਕ ਨੂੰ ਮਿਲਣ ਦਾ, ਉਹਦੇ ਦਰਸ਼ਨਾਂ ਦਾ, ਮਿਲਣ ਦੀ ਇੱਛਾ ਪੈਦਾ ਹੋਈ, ਘਰੋਂ ਨਿਕਲ ਪਈ। ਜਿਸ ਤਰ੍ਹਾਂ ਲੋਕ ਰੱਬ ਨੂੰ ਪਾਉਣ ਵਾਸਤੇ ਘਰ-ਬਾਰ ਛੱਡ ਕੇ ਜੰਗਲਾਂ ਨੂੰ ਜਾਣ ਲੱਗੇ। ਗੋਰਖਨਾਥ ਜੋਗੀ ਵਰਗਿਆਂ ਨੇ ਗ੍ਰਸਤੀ ਜੀਵਨ ਨੂੰ ਨਰਕਾਂ ਦਾ ਘਰ ਕਹਿ ਦਿੱਤਾ। ਕਹਿੰਦੇ ਜੇ ਪਰਮੇਸ਼ਰ ਨੂੰ ਪਾਉਣਾ ਹੈ ਤਾਂ ਤੁਹਾਨੂੰ ਘਰ-ਬਾਰ ਤਿਆਗਣਾ ਪੈਣਾ। ਅਤੇ ਗੋਰਖਨਾਥ ਵਰਗੇ ਜੋਗੀਆਂ ਨੇ ਬਹੁਤ ਸਾਰੇ ਰਾਜਿਆਂ ਨੂੰ ਜਿਹੜਾ ਸੀ ਜੋਗੀ ਬਣਾ ਕੇ ਕੰਨਾਂ ਵਿੱਚ ਮੁੰਦਰਾਂ ਪਾ ਕਰਕੇ ਜੰਗਲਾਂ ਨੂੰ ਤੋੜ ਦਿੱਤਾ। ਔਰ ਜਿਸ ਵੇਲੇ ਉਹ ਰਾਜੇ ਘਰ-ਬਾਰ ਤਿਆਗ ਕੇ ਜੋਗੀ ਬਣ ਕੇ ਮੰਗਣ ਲੱਗੇ, ਜੰਗਲਾਂ ਨੂੰ ਚਲੇ ਗਏ, ਫਿਰ ਪਛਤਾਉਣਾ ਪਿਆ ਵੀ ਇੱਦੋਂ ਤਾਂ ਘਰੇ ਹੀ ਠੀਕ ਸੀਗੇ। ਜਦੋਂ ਰੱਬ ਮਿਲਣਾ ਹੀ ਨਹੀਂ, ਪਰਮੇਸ਼ਰ ਮਿਲਣਾ ਹੀ ਨਹੀਂ, ਅਤੇ ਫਿਰ ਘਰ-ਬਾਰ ਕਿਉਂ ਤਿਆਗਿਆ। ਸਤਿਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੀ ਗੱਲ ਨੂੰ ਕੱਟਦੇ ਹੋਏ ਗ੍ਰਸਤੀ ਜੀਵਨ ਨੂੰ ਸਭ ਤੋਂ ਉੱਚਾ ਦੱਸਿਆ ਹੈ ਵੀ, ਕਿਉਂਕਿ ਗ੍ਰਸਤੀ ਜੀਵਨ ਦੇ ਰਾਹੀਂ ਹੀ ਰਿਸ਼ੀ ਮੁਨੀ ਰਾਜੇ ਮਹਾਰਾਜੇ ਖੁਦ ਅਵਤਾਰ ਵੀ, ਗੁਰੂ ਵੀ ਮਾਤਾ ਦੇ ਰਾਹੀਂ ਦੁਨੀਆ 'ਚ ਆਏ। ਜੇ ਗ੍ਰਸਤੀ ਜੀਵਨ ਨਾ ਹੋਵੇ ਤਾਂ ਫਿਰ ਦੁਨੀਆ ਵਿੱਚ ਪਰਮੇਸ਼ਰ ਵੀ ਨਹੀਂ ਆ ਸਕਦਾ। ਤਾਂ ਗੁਰੂਆਂ ਨੇ ਵੀ ਮਾਂ ਦੇ ਰਾਹੀਂ ਦੁਨੀਆ ਵਿੱਚ ਆਉਣਾ ਕੀਤਾ। ਔਰ ਗ੍ਰਸਤੀ ਜੀਵਨ ਹੀ ਇੱਕ ਐਸਾ ਆਸ਼ਰਮ ਹੈ, 4 ਆਸ਼ਰਮ ਹੈ, ਸਾਧੂਆਂ ਦਾ, ਜੈਨੀਆਂ, ਬੋਧੀਆਂ ਦਾ, ਗੁਰ ਪਿਆਰਿਓ ਗ੍ਰਸਤੀਆਂ ਦਾ। ਗ੍ਰਸਤੀ ਜੀਵਨ ਦੇ ਵਿੱਚੋਂ ਹੀ ਬੱਚੇ ਪੈਦਾ ਹੋ ਕੇ ਸਾਧੂ ਬਣਦੇ ਆ, ਗੁਰਮੁਖ ਬਣਦੇ ਆ, ਬ੍ਰਹਮ ਗਿਆਨੀ ਬਣਦੇ ਆ। ਔਰ ਫਿਰ ਜਿਹੜੇ 3 ਗ੍ਰਸਤੀ ਜੀਵਨ ਨੂੰ ਤਿਆਗ ਗਏ, ਉਹਨਾਂ ਦਾ ਖਾਣ ਪੀਣ ਦਾ ਇੰਤਜ਼ਾਮ ਵੀ ਗ੍ਰਸਤੀ ਕਰਦਾ। ਕਹੋ ਸਤਨਾਮ ਸ੍ਰੀ। ਡਾਲੀ ਲੈਣ ਤਾਂ ਗ੍ਰਸਤੀਆਂ ਦੇ ਘਰੇ ਹੀ ਜਾਂਦੇ ਆ ਨਾ, ਚਾਹੇ ਉਹ ਜੋਗੀ ਜਾਂਦੇ ਹੋਣ, ਚਾਹੇ ਗੁਰੂ ਘਰ ਦੇ ਲਾਂਗਰੀ ਡਾਲੀ ਲੈਣ ਜਾਂਦੇ ਆ, ਅਤੇ ਚਾਹੇ ਗੁਰੂ ਪਿਆਰਿਓ ਜੈਨੀ ਬੋਧੀ ਕੋਈ ਵੀ ਛਕਣ ਵਾਸਤੇ ਜਦ ਭੁੱਖ ਲੱਗਦੀ ਹੈ ਫਿਰ ਗ੍ਰਸਤੀਆਂ ਦਰ 'ਤੇ ਜਾਣਾ ਪੈਂਦਾ। ਫਿਰ ਵੱਡਾ ਕੌਣ ਹੋਇਆ? ਤਾਂ ਗ੍ਰਸਤ ਆਸ਼ਰਮ ਨੂੰ ਸਤਿਗੁਰਾਂ ਨੇ ਸਭ ਤੋਂ ਵੱਡਾ ਦੱਸਿਆ
ਜੋਗੀਆਂ ਦੀ ਗੱਲ ਨੂੰ ਕੱਟ ਕੇ ਸੰਸਾਰ ਨੂੰ ਘਰ ਵਿੱਚ ਰਹਿੰਦਿਆਂ ਹੋਇਆਂ ਰੱਬ ਨੂੰ ਪਾਉਣ ਦੀ ਜਾਚ ਦੱਸੀ। ਨਾਨਕ ਸਤਿਗੁਰ ਭੇਟਿਆ ਐਸੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਹੱਸਦਿਆਂ ਖੇਡਦਿਆਂ ਖਾਂਦਿਆਂ ਪੀਂਦਿਆਂ ਗੁਰੂ ਨੂੰ ਮਿਲ ਕੇ ਘਰੇ ਰਹਿੰਦੇ ਹੀ ਰੱਬ ਮਿਲ ਸਕਦਾ, ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ ਹੈ। ਤੋ ਜੋ ਸਤਿਗੁਰ ਨੇ ਸਿੱਖੀ ਮਾਰਗ ਦੀ ਸਾਜਨਾ ਕੀਤੀ, ਤੋ ਇਸ ਦੇ ਵਿੱਚ ਸਤਿਗੁਰਾਂ ਨੇ ਸਭ ਤੋਂ ਸੌਖਾ ਸਹਿਜ ਯੋਗ ਦੱਸਣਾ ਕੀਤਾ। ਤੋ ਜਦੋਂ ਕੋਈ ਜੀਵ ਇਸਤਰੀ ਪੁੱਛਦੀ ਆ, ਖੋਜਤ ਖੋਜਤ ਦਰਸ਼ਨ ਚਾਹੇ, ਭਾਂਤ ਭਾਂਤ ਬਣ ਬਣ ਅਵਗਾਹੇ। ਮੈਨੂੰ ਪਤਾ ਨਹੀਂ ਕਿੰਨੇ ਜੰਗਲਾਂ ਵਿੱਚ ਭਟਕੀ ਕੇ ਆਈ ਹਾਂ, ਪਰ ਮੈਨੂੰ ਹਜੇ ਤੱਕ ਮਿਲਿਆ ਨਹੀਂ, ਕੋਈ ਦੱਸ ਦੇਵੋ। ਉਮਕਿਓ ਹੀਓ ਮਿਲਣ ਪ੍ਰਭ ਤਾਈ, ਮੇਰੇ ਹਿਰਦੇ ਵਿੱਚ ਉਸ ਮਾਲਕ ਨੂੰ ਮਿਲਣ ਦਾ ਉਛਾਲਾ ਉੱਠਿਆ। ਜਦ ਉਛਾਲਾ ਉੱਠਿਆ, ਇੱਧਰ ਆ ਜਾਓ, ਤਾਂ ਉਸ ਨੂੰ ਖੋਜਣ ਵਾਸਤੇ ਚੱਲ ਪਈ। ਉਮਕਿਓ ਹੀਓ ਮਿਲਣ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰਿਆ ਜਾਈ। ਅੱਗੇ ਕਿਸ ਨੂੰ ਪੁੱਛਿਆ ਜਾਣਕਾਰ ਨੂੰ, ਵੀ ਤੈਨੂੰ ਪਤਾ ਮਾਲਕ ਪਤੀ ਪਰਮੇਸ਼ਰ ਕਹਾਂ ਰਹਿੰਦਾ। ਸੁਣਤ ਸੰਦੇਸਰੋ ਪ੍ਰਿਆ ਗ੍ਰਹਿ ਸੇਜ ਵਿਛਾਈ, ਤੇ ਉਹਨੇ ਸੁਨੇਹਾ ਦਿੱਤਾ ਉਹ ਘਰੇ ਹੀ ਹੁੰਦਾ। ਤੂੰ ਬਾਹਰ ਲੱਭਦੀ ਫਿਰਦੀ ਆ, ਉਹ ਘਰੇ ਮਿਲਦਾ। ਇੱਕ ਬੱਚੀ ਨੂੰ ਵਿਆਹ ਕਰਦੇ ਆ, ਉਹਦਾ ਪਤੀ ਵੀ ਉਹਦੇ ਘਰੇ ਪੇਕਿਆਂ 'ਚੋਂ ਮਿਲਦਾ, ਉਹਦੇ ਘਰੇ ਜਾ ਕੇ ਮਿਲਦਾ। ਇੱਥੇ ਘਰ ਦਾ ਮਤਲਬ ਹੈ ਤੇਰੇ ਸਰੀਰ ਦੇ ਵਿੱਚ ਹੀ ਰਹਿੰਦਾ। ਤੂੰ ਜੰਗਲਾਂ 'ਚ ਕਿੱਧਰ ਭਟਕ ਰਹੀ ਹੈ, ਤੈਨੂੰ ਤੇਰੇ ਅੰਦਰੋਂ ਹੀ ਮਿਲੂਗਾ। ਸੁਣਤ ਸੰਦੇਸਰੋ ਪ੍ਰਿਆ ਗ੍ਰਹਿ ਸੇਜ ਵਿਛਾਈ, ਪਰ ਅਣਜਾਣ ਇਹ ਜੀਵ ਇਸਤਰੀ ਘਰੇ ਆਈ ਤੇ ਘਰ ਦੇ ਕੋਠੇ ਵੇਖਣ ਲੱਗੀ। ਕੋਠਿਆਂ ਵਿੱਚੋਂ ਸੰਸਾਰੀ ਪਤੀ ਮਿਲਦਾ ਹੈ, 10ਵੇਂ ਕੋਠੇ 'ਚੋਂ 10ਵੇਂ ਦੁਆਰ 'ਚੋਂ ਅਧਿਆਤਮਕ ਪਤੀ ਮਿਲਦਾ ਹੈ। ਉਹ ਵੀ ਸਰੀਰ ਦੇ ਕਿਸੇ ਕੋਠੇ 'ਚ ਹੀ ਬੈਠਾ ਹੈ। 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ ਇੱਕ ਨਾ ਕਈਆਂ ਨੂੰ ਵਿੱਚੋਂ ਜਿਨ੍ਹਾਂ ਦੀ ਪ੍ਰਬਲ ਇੱਛਾ ਪੈਦਾ ਹੋਈ। ਇੱਕ ਨਾ 10ਵਾਂ ਦੁਆਰ ਦਿਖਾਇਆ, ਤੇ ਜਿਨ੍ਹਾਂ ਨੂੰ ਦਿਖਾਇਆ ਉਹ ਕਹਿਣ ਲੱਗੇ ਤਹਿ ਅਨੇਕ ਰੂਪ ਨਾਉ ਨਵ ਨੇ ਤਿਸ ਦਾ ਅੰਤ ਨ ਜਾਈ ਪਾਇਆ। ਕਹੈ ਨਾਨਕ ਹਰ ਪਿਆਰੈ, ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ। ਵਾਜੇ ਵੀ ਅੰਦਰ ਵੱਜਦੇ ਆ, ਮਾਲਕ ਵੀ ਅੰਦਰ ਹੈ, ਖੁਸ਼ੀਆਂ ਆਨੰਦ ਮੰਗਲ ਸਭ ਮਨੁੱਖ ਦੀ ਅੰਦਰ ਹੈ। ਤੇ ਸਤਿਗੁਰਾਂ ਨੇ ਜੰਗਲਾਂ ਨੂੰ ਗਏ ਲੋਕਾਂ ਨੂੰ ਮੋੜ ਕੇ ਘਰਾਂ ਨੂੰ ਭੇਜਿਆ ਵੀ ਘਰੇ ਜਾਓ, ਘਰੋਂ ਹੀ ਮਿਲੇਗਾ। ਸੁਣਤ ਸੰਦੇਸਰੋ ਪ੍ਰਿਆ ਗ੍ਰਹਿ ਸੇਜ ਵਿਛਾਈ, ਪਰੰਪਰਾ ਮੇ ਆਇਓ ਤੋ ਨਜ਼ਰ ਨਾ ਪਾਈ। ਕਹਿੰਦੀ ਮੈਨੂੰ ਤਾਂ ਮਿਲਿਆ ਨਹੀਂ ਘਰੋਂ, ਕੋਠਿਆਂ 'ਚੋਂ ਲੱਭਦੀ ਫਿਰਦੀ ਆ, ਕਮਰਿਆਂ 'ਚੋਂ ਵੇਖਦੀ ਫਿਰਦੀ ਆ। ਪਾਤਸ਼ਾਹ ਕਹਿਣ ਲੱਗੇ ਇੱਥੇ ਨਹੀਂ ਹੈ, ਤੂੰ ਆਪਦੇ ਅੰਦਰ ਜਾ, ਹੋਰ ਅੰਦਰ ਜਾ, ਆਪਦੇ ਅੰਦਰ ਜਾ, ਕੋਠਿਆਂ 'ਚੋਂ ਨਹੀਂ ਮਿਲਣਾ। ਸੁਣਤ ਸੰਦੇਸਰੋ ਪ੍ਰਿਆ ਗ੍ਰਹਿ ਸੇਜ ਵਿਛਾਈ, ਪਰੰਪਰਾ ਮੇ ਆਇਓ ਤੋ ਨਜ਼ਰ ਨ ਪਾਈ। ਕੈਨਬਰ ਹੀਅਰੋ ਧੀਰੈ ਨਿਮਾਨੋ, ਮਿਲ ਸਾਜਨ ਹੋ ਤੁਝ ਕੁਰਬਾਨੋ। ਮਾਲਕਾ ਮਿਲ ਮੈਂ ਤੇਥੋਂ ਬਲਿਹਾਰੇ ਜਾਵਾਂ, ਤੂੰ ਕਿੱਥੇ ਵਸਦਾ ਹੈ। ਫਿਰ ਪੁੱਛਿਆ ਕਿਸੇ ਬ੍ਰਹਮ ਗਿਆਰੀ ਰੱਬ ਦੇ ਪਿਆਰੇ ਸਤਿਗੁਰੂ ਨੂੰ, ਬਈ ਮਹਾਰਾਜ ਦੱਸ ਦਿਓ ਕਿੱਥੇ ਮਿਲਦਾ। ਉਹ ਕਹਿੰਦੇ ਤੇਰੇ ਹਿਰਦੇ ਦੀ ਸੇਜ 'ਤੇ ਹੀ ਰਹਿੰਦਾ। ਸੇਜ ਏਕ ਪੈ ਮਿਲਨ ਦੁਹੇਰਾ, ਕਿਉਂ ਨਹੀਂ ਮਿਲ ਰਹੇ। ਧਨ ਸੋਤੀ ਫਿਰ ਸਦ ਜਾਗੰਤਾ, ਮਾਲਕ ਤਾਂ ਆਵਾਜ਼ਾਂ ਮਾਰਦਾ। ਸ਼ਬਦ ਜਿਵੇਂ ਸਾਡੇ ਅੰਦਰ ਫੁਰਨੇ ਰੂਪ 'ਚ ਚੱਲਦਾ ਹੈ, ਆ ਤੁਹਾਨੂੰ ਇੱਥੇ ਲਿਆਉਣ ਵਾਲਾ ਸ਼ਬਦ ਹੀ ਹੈ ਨਾ। ਘਰੇ ਬੈਠੇ ਬੈਠਿਆਂ ਨੂੰ ਖਿਆਲ ਆਇਆ ਮੈਂ ਗੁਰਦੁਆਰੇ ਚੱਲੀਏ, ਜੇ ਨਾ ਖਿਆਲ ਬਣਦਾ ਭਲਾ ਫਿਰ ਤਾਂ ਨਹੀਂ ਆਉਂਦੇ ਸੀ। ਤਾਂ ਕੌਣ ਲੈ ਕੇ ਆਇਆ ਸਾਨੂੰ? ਉਹ ਜਿਹੜਾ ਤੁਹਾਡੇ ਅੰਦਰ ਤੁਹਾਡਾ ਮਾਲਕ ਸ਼ਬਦ ਬਣ ਕੇ ਬੈਠਾ, ਫੁਰਨਾ ਬਣ ਕੇ ਬੈਠਾ, ਉਹ ਹੀ ਸਾਨੂੰ ਲਈ ਫਿਰਦਾ ਸਾਰੇ ਪਾਸੇ। ਹੁਕਮ ਹੀ ਹੁਕਮ ਚਲਾਏ ਰਾਹੋ। ਤਾਂ ਕੀ ਕਹਿੰਦੇ, ਧਨ ਸੁੱਤੀ ਫਿਰ ਸਦ ਜਾਗੰਤਾ, ਧਨ ਜਾਗੈ ਜੇ ਫਿਰ ਬੋਲੰਤਾ। ਜੇ ਮਾਲਕ ਦੀ ਆਵਾਜ਼ ਸੁਣੇ ਤੇ ਉਹ ਆਵਾਜ਼ ਬਾਣੀ ਹੈ, ਸ਼ਬਦ ਹੈ, ਤੁਹਾਡੇ ਅੰਦਰ ਵੀ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਹੈ। ਫਿਰ ਸਾਡੀ ਆਤਮਾ ਰੂਪ ਇਸਤਰੀ ਜਾਗੇ, ਸਾਡੀ ਸੁਰਤ ਜਾਗੇ ਜੇ ਸ਼ਬਦ ਦੀ ਆਵਾਜ਼ ਨੂੰ ਸੁਣੇ। ਅਸੀਂ ਕਿਸੇ ਸੁੱਤੇ ਨੂੰ ਜਗਾਉਣ ਵਾਸਤੇ ਵੀ ਆਵਾਜ਼ ਮਾਰਦੇ ਹਾਂ, ਹੌਲੀ ਨਹੀਂ ਸੁਣਦੀ, ਕਿਉਂਕਿ ਘੂਕ ਸੁੱਤਾ ਹੈ।
ਅਸੀਂ ਹੋਰ ਉੱਚੀ ਆਵਾਜ਼ਾਂ ਮਾਰਦੇ ਹਾਂ, ਨਹੀਂ ਸੁਣਦੀ। ਕਈ ਵਾਰੀ ਫੜ ਕੇ ਉਹਨੂੰ ਹਿਲਾਉਣਾ ਪੈਂਦਾ ਵੀ ਉੱਠ ਖੜ, ਦਿਨ ਚੜ੍ਹ ਗਿਆ, ਫਿਰ ਉਹ ਜਾਗਦਾ। ਇਸੇ ਤਰ੍ਹਾਂ ਗੁਰੂ ਨੇ ਸਾਨੂੰ ਹਲੂਣੇ ਦਿੱਤੇ ਨੇ ਬਾਣੀ ਰਾਹੀਂ। ਜਾਗ ਲਿਹੋ ਰੇ ਮਨ ਜਾਗ ਲਿਹੋ, ਕਹਾਂ ਗਾਫਲ ਸੋਇਆ। ਜੋ ਤਨ ਉਪਜਿਆ ਸੰਗ ਹੀ, ਸੋ ਪੀ ਸੰਗ ਨਾ ਹੋਇਆ। ਧਨ ਸੂਤੀ ਪਿਰ ਸਦ ਜਾਗੰਤਾ, ਧਨ ਜਾਗੈ ਜੇ ਪਿਰ ਮੋਲੰਤਾ। ਇੱਕ ਤਾਂ ਸੁੱਤੀ ਹੁੰਦੀ ਆ ਨੀਂਦ ਕਰਕੇ, ਪਰ ਇਹ ਕਾਹਦੇ ਨਾਲ ਸੁੱਤੀ ਹੈ? ਕਹਿੰਦੇ ਨੇ ਨਸ਼ੇ ਪੀਤੇ ਹੋਏ ਆ। ਪੀਓ ਮਦਰੋ ਧਨ ਮਤਵੰਤਾ, ਸੂਹੀ ਰੱਗ ਦਾ ਸ਼ਬਦ ਹੈ। ਕਹਿੰਦੇ ਇਸ ਜੀਵ ਇਸਤਰੀ ਨੇ, ਇਸ ਸੁਰਤ ਨੇ ਨਸ਼ਾ ਪੀਤਾ ਹੋਇਆ ਹੈ। ਤੇ ਨਸ਼ੇ ਪੀਤੇ ਵਾਲਾ ਬੋਲੀ ਤਾਂ ਜਾਂਦਾ ਹੂੰ ਹਾਂ, ਪਰ ਉੱਠ ਕੇ ਤੁਰਿਆ ਨਹੀਂ ਜਾਂਦਾ, ਉੱਥੇ ਹੀ ਪਿਆ ਰਹਿੰਦਾ ਲਿਟਿਆ। ਕਿਸੇ ਸ਼ਰਾਬੀ ਨੂੰ ਦੇਖ ਲਓ ਓਟ ਪੈ ਕੇ ਗਲੀ 'ਚ ਡਿੱਗਿਆ ਹੋਵੇ, ਜਿੰਨਾ ਮਰਜ਼ੀ ਜ਼ੋਰ ਲਾ ਲਓ ਉੱਠ ਕੇ ਤੁਰਦਾ ਨਹੀਂ, ਤੁਰਦਾ ਤੇ ਫਿਰ ਡਿੱਗ ਪੈਂਦਾ। ਇਹ ਹਾਲ ਸਾਡੇ ਮਨ ਦਾ ਹੈ। ਇਹਨੇ ਵੀ ਬੇਅੰਤ ਨਸ਼ੇ ਪੀਤੇ ਹੈ। ਗੁਰੂ ਵੱਲ ਚੱਲਦਾ ਫਿਰ ਡਿੱਗ ਪੈਂਦਾ, ਫਿਰ ਮੁੜ ਜਾਂਦਾ, ਪਹੁੰਚਦਾ ਹੀ ਨਹੀਂ ਗੁਰੂ ਤੱਕ। ਉਹ ਸਤਨਾਮ ਸ੍ਰੀ ਪੀਓ ਮਦਰੋ ਧਨ ਮਤਵੰਤਾ। ਇਸ ਜੀਵ ਇਸਤਰੀ ਨੇ ਵਿਸ਼ੇ ਵਿਕਾਰਾਂ ਦਾ, ਮੋਹ ਮਮਤਾ ਦਾ ਨਸ਼ਾ ਪੀਤਾ ਹੋਇਆ। ਇਹ ਕਿਵੇਂ ਆਪਣੇ ਮਾਲਕ ਨੂੰ ਮਿਲੇ? ਜੇ ਮਾਲਕ ਦੀ ਆਵਾਜ਼ ਸੁਣੇ ਤੇ ਮਾਲਕ ਵੱਲ ਚੱਲੇ। ਪੀਓ ਮਦਰੋ ਧਨ ਮਤਵੰਤਾ, ਧਨ ਜਾਗੈ ਜੇ ਪਿਰ ਬੋਲੰਤਾ। ਮਾਲਕ ਤਾਂ ਆਵਾਜ਼ਾਂ ਮਾਰਦਾ, ਪਰ ਇਹ ਸੁੱਤੀ ਹੋਈ ਆ। ਮੇਰੇ ਪ੍ਰੀਤਮ ਜੀ ਕਹਿੰਦੇ ਮੈਨੂੰ ਕੋਈ ਮਿਲਾ ਦਿਓ, ਕਿੱਥੇ ਰਹਿੰਦਾ ਉਹ? ਖੋਜਤ ਖੋਜਤ ਦਰਸ਼ਨ ਚਾਹੈ, ਭਾਂਤ ਭਾਂਤ ਬਣ ਬਾਣੀ ਅਵਗਾ ਹੈ। ਤਰ੍ਹਾਂ ਤਰ੍ਹਾਂ ਦੇ ਜੰਗਲਾਂ ਵਿੱਚ ਵੀ ਮੈਂ ਗਈ। ਅੱਜ ਹੀ ਨਹੀਂ ਗਈ, ਕੇਵਲ ਮਨੁੱਖ ਬਣ ਕੇ ਨਹੀਂ ਗਈ, ਟੇਡੀਆਂ ਜੂਨਾਂ ਵੇਲੇ ਵੀ ਗਈ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਦੇਹ ਸੰਜਰੀਆ। ਲੰਬੇ ਸਮੇਂ ਤੋਂ ਬਾਅਦ ਤੈਨੂੰ ਮਨੁੱਖ ਬਣਾਇਆ ਗਿਆ। ਹੁਣ ਤੂੰ ਕਿਰਪਾ ਕਰਕੇ ਆਪਣੇ ਘਰ ਨੂੰ ਲੱਭ ਲੈ, ਆਪਦੇ ਘਰੇ ਵਗ ਜਾ। ਤੁਮ ਘਰ ਆਵੋ ਮੇਰੇ ਮੀਤ। ਕਿੰਨੇ ਸੋਹਣੇ ਸੋਹਣੇ ਵਚਨ ਪ੍ਰੀਤਮ ਨੇ ਬਾਣੀ ਵਿੱਚ ਬਖਸ਼ਿਸ਼ ਕੀਤੇ, ਔਰ ਸਪਸ਼ਟ ਸਿੱਧੀ ਭਾਸ਼ਾ 'ਚ। ਕਿਸੇ ਵੇਲੇ ਬ੍ਰਾਹਮਣਾਂ ਨੇ ਰਚਨਾ ਕੀਤੀ ਸੀ ਵੇਦਾਂ ਦੀ, ਤਾਂ ਉਹਨਾਂ ਨੇ ਉਹ ਭਾਸ਼ਾ ਲਿਖੀ ਔਖੀ, ਜਿਹੜੀ ਸਾਥੋਂ ਬਿਨਾਂ ਕਿਸੇ ਹੋਰ ਨੂੰ ਸਮਝ ਹੀ ਨਾ ਆਵੇ, ਸੰਸਕ੍ਰਿਤ। ਪਰ ਸਤਿਗੁਰਾਂ ਨੇ ਸਾਨੂੰ ਸਾਡੀ ਬੋਲੀ ਸਮਝਾਇਆ। ਮੁਸਲਮਾਨ ਵੀਰਾਂ ਕੋਲ ਗਏ ਤੇ ਉਹਨਾਂ ਨੂੰ ਗੁਰੂ ਪਿਆਰਿਓ ਉਹਨਾਂ ਦੀ ਫਾਰਸੀ ਵੀ ਸਮਝਾਇਆ। ਜੇ ਮੁਲਤਾਨ 'ਚ ਗਏ ਤੇ ਉਹਨਾਂ ਦੀ ਬੋਲੀ ਵੀ ਸਮਝਾ ਦਿੱਤਾ। ਮੁਲਤਾਨ ਵੀ ਜਾ ਕੇ ਬੈਠੇ, ਉੱਥੇ ਕਹਿੰਦੇ ਬੜੇ ਹੀ ਜੋਗੀ ਸਾਧੂ ਫਕੀਰ ਸਨ। ਸਾਰੇ ਨਗਰ ਨਿਵਾਸੀ ਕਹਿੰਦੇ ਆਪਣੇ ਆਪ ਨੂੰ ਬ੍ਰਹਮ ਗਿਆਨੀ ਸਮਝਦੇ ਸੀ। ਜਦੋਂ ਬਾਬੇ ਨਾਨਕ ਜੀ ਨੇ ਉੱਥੇ ਪਹੁੰਚਣਾ ਕੀਤਾ ਤੇ ਕਹਿੰਦੇ ਯਾਰ ਇੱਕ ਸਾਧ ਹੋਰ ਆ ਗਿਆ, ਪਹਿਲਾਂ ਥੋੜ੍ਹੇ ਸੀ ਆਪਾਂ ਇੱਥੇ, ਹੁਣ ਇਹਨੂੰ ਕਿਵੇਂ ਕਹੀਏ ਵੀ ਤੂੰ ਗਾਂਹ ਵਗ ਜਾ ਕਿਤੇ। ਸਲਾਹ ਸਲੂਕ ਕਰਕੇ ਇੱਕ ਛੰਨਾ ਦੁੱਧ ਦਾ ਭਰਿਆ, ਮੁੜਵੇਂ ਕਿਨਾਰਿਆਂ ਵਾਲਾ ਛੰਨਾ, ਨੱਕੋ ਨੱਕ ਭਰ ਲਿਆ ਤੇ ਭਰ ਕੇ ਦੁੱਧ ਦਾ ਉਹ ਛੰਨਾ, ਉਹ ਕੌਲ ਲਿਆ ਕੇ ਸਤਿਗੁਰਾਂ ਦੇ ਮੂਹਰੇ ਰੱਖਤਾ। ਇਸ਼ਾਰਾ ਕੀਤਾ ਹੈ, ਆਪਣੇ ਵੇਖਣ ਤੋਂ ਪੀਣ ਵਾਸਤੇ ਰੱਖਿਆ, ਪਰ ਬਾਬਾ ਨਾਨਕ ਸਮਝ ਗਿਆ। ਇਹ ਕਹਿੰਦੇ ਆ ਕਿ ਜਿਵੇਂ ਛੰਨਾ ਨੱਕੋ ਨੱਕ ਭਰਿਆ, ਸਾਡੇ ਪਿੰਡ 'ਚ ਬਹੁਤ ਸੰਤ ਹੈਗੇ, ਤੁਸੀਂ ਕੀ ਲੈਣ ਆ ਗਏ? ਸੋਡਾ ਇੱਥੇ ਟਿਕਾ ਨਹੀਂ ਹੋਣਾ, ਤੁਸੀਂ ਇੱਥੇ ਨਹੀਂ ਵੱਸ ਸਕਦੇ। ਉਹਨਾਂ ਦੇ ਭਾਣੇ ਕਿਤੇ ਬਾਬਾ ਇੱਥੇ ਰਹਿ ਜਾਊਗਾ। ਤੇ ਧੰਨ ਗੁਰੂ ਨਾਨਕ ਦੇਵ ਜੀ ਨੇ ਆਪਣੇ ਖੀਸੇ 'ਚ ਇੱਕ ਫੁੱਲ ਕੱਢਿਆ ਚਮੇਲੀ ਦਾ। ਉਹ ਕਹਿੰਦੇ ਛੰਨੇ ਜਿਵੇਂ ਦੁੱਧ ਹੋਰ ਨਹੀਂ ਪੈ ਸਕਦਾ, ਇੱਥੇ ਹੋਰ ਕੋਈ ਸਾਧੂ ਟਿਕ ਨਹੀਂ ਸਕਦਾ ਸਾਥੋਂ ਬਿਨਾਂ। ਤੇ ਬਾਬਾ ਜੀ ਨੇ ਕੱਢ ਕੇ ਚਮੇਲੀ ਦਾ ਫੁੱਲ ਉੱਤੇ ਰੱਖਤਾ, ਨਾਲੇ ਫੁੱਲ ਟਿਕ ਗਿਆ, ਨਾਲੇ ਦੁੱਧ ਡੁੱਲਿਆ। ਕਹਿੰਦੇ ਜਿਵੇਂ ਭਾਈ ਆ ਚਮੇਲੀ ਦਾ ਫੁੱਲ ਟਿਕ ਗਿਆ, ਅਸੀਂ ਤਾਂ ਆਪਣੀ ਖੁਸ਼ਬੂ ਛੱਡ ਕੇ ਅਸੀਂ ਟੱਪ ਜਾਣਾ, ਅਸੀਂ ਤੁਹਾਨੂੰ ਬਾਹਰ ਨਹੀਂ ਕੱਢਦੇ, ਅਸੀਂ ਚਲੇ ਜਾਵਾਂਗੇ। ਤੂੰ ਇਸ ਕਰਕੇ ਜਿੱਥੇ ਸਤਿਗੁਰੂ ਨਾਨਕ ਦੇਵ ਜੀ ਗਏ, ਉੱਥੇ ਉਹਨਾਂ ਨੂੰ ਉਹਨਾਂ ਦੀ ਭਾਸ਼ਾ 'ਚ ਹੀ ਸਮਝਾਤਾ। ਗੋਰਖਨਾਥ ਵਰਗਿਆਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਸਮਝਾਇਆ। ਚੀਨ, ਨੇਪਾਲ, ਪਤਾ ਨਹੀਂ ਕਿੱਥੇ ਕਿੱਥੇ ਮੇਰੇ ਪ੍ਰੀਤਮ ਜੀ ਨੇ ਹਜ਼ਾਰਾਂ ਕੋਹ ਜਿਹੜਾ ਹੈ ਪੈਰਾਂ ਦੇ ਨਾਲ ਕੀਤਾ। ਮੱਕੇ ਮਦੀਨੇ ਵਿੱਚ ਗਏ ਤੇ ਉੱਥੋਂ ਉਹਨਾਂ ਦੀ ਬੋਲੀ ਵੀ ਸਮਝਾ ਦਿੱਤਾ। ਤੋ ਇਸ ਕਰਕੇ ਬੜੀ ਹੀ ਸੌਖੀ ਬੋਲੀ, ਸਿੱਧੀ ਬੋਲੀ, ਸਾਡੀ ਬੋਲੀ ਵੀ ਸਮਝਾਉਣਾ ਕੀਤਾ। ਕੀ ਕਹਿੰਦੇ? ਉਹ ਪਰਮੇਸ਼ਰ ਕਿੱਥੇ ਵਸਦਾ, ਸਾਨੂੰ ਦੱਸਣਾ ਕਰੋ, ਕੋਈ ਮਿਲਾ ਦਿਓ।
खोजत खोजत दर्शन चाहे, भांत भांत बन बन अवगाहे। मैं ਲੱਭਦਿਆਂ ਬਹੁਤ ਭਟਕੀ ਹਾਂ, ਜੰਗਲਾਂ ਵਿੱਚ ਲੱਭਦੀ ਰਹਿੰਦੀ ਹਾਂ। ਜਿਸ ਤਰ੍ਹਾਂ ਇੱਕ ਵਾਰੀ ਨਾਰਦ ਮੁਨੀ ਦੀ ਗੱਲ ਕਰੀਏ ਤੇ ਨਾਰਦ ਮੁਨੀ ਜਿਹੜਾ ਸੀਗਾ ਉਹ ਪਰਮੇਸ਼ਰ ਨੂੰ ਲੱਭਣ ਤੁਰਿਆ। ਜਿਵੇਂ ਦੁਨੀਆ ਜਾਂਦੀ ਹੈ ਜੰਗਲਾਂ ਵਿੱਚ ਜਾ ਕੇ ਗੁਫਾਵਾਂ 'ਚ ਬਹਿ ਗਏ, ਬਹੁਤ ਲੰਮੀਆਂ ਲੰਮੀਆਂ ਉਮਰਾਂ ਵਾਲੇ ਕਹਿੰਦੇ ਸਾਧ ਹਜੇ ਵੀ ਗੁਫਾਵਾਂ 'ਚ ਬੈਠੇ ਆ। ਇੱਥੋਂ ਤੱਕ ਆ ਅੱਖਾਂ ਦਾ ਜਿਹੜਾ ਵਾਲ ਹੈ ਨਾ, ਭਿਮਣਾ ਸਾਡੀਆਂ ਸਹੇਲੀਆਂ ਇਹ ਬਹੁਤੀਆਂ ਨਹੀਂ ਵੱਧਦੀਆਂ, ਪਰ ਉਹਨਾਂ ਦੇ ਇਹ ਵਾਲ ਵੀ ਅੱਖਾਂ ਨੂੰ ਢੱਕ ਗਏ ਹਨ, ਲੰਬੇ ਹੋ ਗਏ ਹਨ ਬੈਠਿਆਂ ਬੈਠਿਆਂ ਦੇ। ਤਾਂ ਫਿਰ ਦੇਖੋ ਵੀ ਕਿੰਨੀਆਂ ਉਮਰਾਂ ਹੋਣਗੀਆਂ ਉਹਨਾਂ ਸਾਧੂਆਂ ਦੀਆਂ ਰੱਬ ਨੂੰ ਪਾਉਣ ਵਾਸਤੇ। ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਸਾਨੂੰ ਘਰ ਤਿਆਗ ਕੇ ਕਿਧਰੇ ਜਾਣ ਦੀ ਲੋੜ ਨਹੀਂ। ਸਭ ਕੁਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਹੀ। ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਜਿਹਨੇ ਆਪਣੇ ਅੰਦਰ ਜਾ ਕੇ ਲੱਭਿਆ ਉਹ ਹਰ ਥਾਂ 'ਤੇ ਸੁਖੀ ਵਸਿਆ। ਭਾਂਤ ਭਾਂਤ ਬਣ ਬਣ ਅਵਗਾਹੇ। ਨਾਰਦ ਮੁਨੀ ਲੱਭਣ ਚੱਲ ਪਿਆ, ਕਹਿੰਦੇ ਮੋਢੇ 'ਤੇ ਬੀਣਾ ਧਰੀ ਆ। ਸਾਰਾ ਦਿਨ ਕਹਿੰਦੇ ਲੱਭਦਾ ਰਿਹਾ, ਥੱਕ ਗਿਆ। ਥੱਕ ਹਾਰ ਕੇ ਕਿਸੇ ਦਰਖਤ ਹੇਠਾਂ ਬਹਿ ਗਿਆ ਅਤੇ ਬੈਠ ਕੇ ਬੀਣਾ ਮੋਢੇ 'ਤੇ ਲਾਈ ਅਤੇ ਤਾਰ ਵਜਾ ਕੇ ਪਰਮੇਸ਼ਰ ਦੇ ਗੁਣ ਗਾਉਣ ਲੱਗਿਆ। ਜਦੋਂ ਹੀ 10 ਮਿੰਟ ਹੋਏ ਗੁਣ ਗਾਉਂਦੇ ਨੂੰ, ਨੇਤਰ ਬੰਦ ਹੋ ਗਏ। ਜਦੋਂ ਨੇਤਰ ਖੋਲ੍ਹਦਾ ਸਾਹਮਣੇ ਪਰਮੇਸ਼ਰ ਬੈਠੇ ਆ। ਨਾਰਦ ਮੁਨੀ ਪੁਰਾਣਾ ਸ਼ਬਦ ਹੈ, ਇਹ ਬ੍ਰਹਮ ਗਿਆਨੀ ਨੂੰ ਹੀ ਕਹਿੰਦੇ ਆ, ਜਿਹਨੂੰ ਬ੍ਰਹਮ ਦਾ ਗਿਆਨ ਹੋ ਗਿਆ। ਕਹਿੰਦੇ ਨਾਰਦ ਮੁਨੀ ਨੇ ਜਦ ਨੇਤਰ ਖੋਲ੍ਹੇ ਅਤੇ ਉਸ ਦੇ ਸਾਹਮਣੇ ਪਰਮੇਸ਼ਰ ਬੈਠੇ ਆ। ਕਹਿੰਦਾ ਵਾਹ ਮਹਾਰਾਜ, ਤੁਸੀਂ ਕਿੱਥੇ ਰਹਿੰਦੇ ਹੋ? ਜਿਵੇਂ ਕੋਈ ਚਾਣਚੱਕ ਬੰਦਾ ਟੱਕਰੇ, ਤੂੰ ਕਿੱਥੇ ਸੀਗਾ, ਤੁਸੀਂ ਕਿੱਥੇ ਰਹਿੰਦੇ ਹੋ? ਕਹਿੰਦੇ ਕਿਉਂ? ਮੈਂ ਤੁਹਾਨੂੰ ਤੜਕੇ ਦਾ ਲੱਭਦਾ ਫਿਰਦਾ। ਤੜਕੇ ਤੋਂ ਭਾਵ ਜਦੋਂ ਬੰਦੇ ਨੂੰ ਸੋਝੀ ਹੋ ਗਈ ਉਹ ਤੋਂ ਲੱਭਣਾ ਸ਼ੁਰੂ ਕਰਤਾ ਵੀ ਲੱਭਣਾ ਚਾਹੀਦਾ ਉਸ ਮਾਲਕ ਨੂੰ ਜਿਹੜਾ ਐਸਾ ਸੋਹਣਾ ਹੈ, ਜਿਸ ਦੀ ਗੱਲ ਪਿਛਲੇ ਬਚਨ ਵਿੱਚ ਕੀਤੀ ਸੀ। ਜਿਤ ਕਰ ਪਿਰ ਸੁਹਾਗ ਬਣਾਇਆ, ਤਿਤ ਕਰ ਸਖੀਏ ਮੰਗਲ ਗਾਇਆ। ਅੰਧ ਬਨੋ ਤਿਤੇ ਕਰ ਸੋ ਹੈ, ਜੋ ਧਨ ਕੰਤ ਸ਼ਿੰਗਾਰੀ ਜੀਓ। ਉੱਥੇ ਬੜੀਆਂ ਖੁਸ਼ੀਆਂ। ਫਿਰ ਖੁਸ਼ੀਆਂ ਹਰੇਕ ਹੀ ਭਾਲਦਾ ਭਾਈ, ਸੁੱਖ ਹਰੇਕ ਹੀ ਭਾਲਦਾ। ਕਹਿਣ ਲੱਗਿਆ ਮੈਂ ਤੁਹਾਨੂੰ ਕਿੱਥੇ ਨਹੀਂ ਲੱਭਿਆ। ਨਾਰਦ ਮੁਨੀ ਕਹਿੰਦਾ ਕਿੱਥੇ ਲੱਭਿਆ ਤੂੰ ਮੈਨੂੰ? ਕਹਿੰਦਾ ਜੀ ਮੈਂ ਤੀਰਥਾਂ ਦੇ ਕਿਨਾਰੇ, ਗੰਗਾ ਦੇ ਕਿਨਾਰੇ, ਹਰਿਦੁਆਰ ਗਿਆ, ਪਹਾੜਾਂ ਵਿੱਚ ਗਿਆ, ਗੁਫਾਵਾਂ 'ਚ ਵੇਖਿਆ, ਦਰਿਆਵਾਂ ਦੇ ਕਿਨਾਰੇ ਵੇਖਿਆ। ਮੈਨੂੰ ਕਈ ਜਨਮ ਹੋ ਗਏ ਲੱਭਦੇ ਫਿਰ, ਤੁਸੀਂ ਲੱਭੇ ਹੀ ਨਹੀਂ ਅਤੇ ਹੁਣ ਤੁਸੀਂ ਆਪੇ ਹੀ ਆ ਗਏ। ਤੁਸੀਂ ਕਿੱਥੇ ਰਹਿੰਦੇ ਹੋ? ਤਾਂ ਉਸ ਵੇਲੇ ਫਿਰ ਪਾਤਸ਼ਾਹ ਕਹਿਣ ਲੱਗੇ ਨਿਜ ਘਰ ਮੇਰੋ ਨਿਜ ਥਾਉ, ਸਾਧ ਸੰਗਤ ਹੈ ਨਾਰਦ ਮੁਨ। ਮੇਰਾ ਆਪਣਾ ਘਰ ਸਤ ਸੰਗਤ ਹੈ, ਮੈਂ ਸਤ ਸੰਗਤ ਵਿੱਚ ਮਿਲਦਾ ਹਾਂ। ਆ ਦੇਖ ਨਾ, ਤੂੰ ਜਦੋਂ ਤਾਰ ਵਜਾ ਕੇ ਸ਼ਬਦ ਦੀ ਸੰਗਤ ਕੀਤੀ, ਸ਼ਬਦ ਗਾਉਣਾ ਕੀਤਾ, ਅਤੇ ਮੈਂ ਉਦੋਂ ਹੀ ਆ ਗਿਆ ਤੇਰੇ ਕੋਲ, ਪ੍ਰਗਟ ਹੋ ਗਿਆ। ਮੇਰੀ ਤਾਂ ਜਿੱਥੇ ਸਿਫਤ ਕੀਤੀ ਜਾਂਦੀ ਹੈ ਮੈਂ ਤਾਂ ਉੱਥੇ ਰਹਿਣਾ, ਹੋਰ ਮੈਂ ਕਿੱਥੇ ਰਹਿਣਾ? ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਕੋਈ ਮੈਨੂੰ ਦੱਸੋ ਉਹ ਕਿੱਥੇ ਰਹਿੰਦਾ ਹੈ? ਭਾਂਤ ਭਾਂਤ ਬਣ ਬਣ ਅਵਗਾਹੇ, ਨਿਰਗੁਣ ਸਰਗੁਣ ਹਰ ਹਰ ਮੇਰਾ। ਕੋਈ ਸਰੀਰ ਰੂਪੀ, ਕੋਈ ਸਰੀਰ ਤੋਂ ਰਹਿਤ। ਦੋ ਸਰੂਪਾਂ 'ਚ ਹੈ ਨਾ। ਸਰਗੁਣ ਕਰਕੇ ਸ੍ਰਿਸ਼ਟੀ ਰੱਬ ਦਾ ਹੀ ਰੂਪ ਹੈ, ਨਿਰਗੁਣ ਕਰਕੇ ਉਹ ਚੇਤਨਾ ਬਣ ਕੇ ਸਾਡੇ ਸਭ ਦੇ ਵਿੱਚ ਬੋਲਦਾ। ਕਹੋ ਸਤਨਾਮ। ਪ੍ਰੀਤਮ ਨੇ ਬਾਣੀ 'ਚ ਇਸੇ ਬਚਨ ਨੂੰ ਕਿਹਾ ਸੁਖਮਨੀ ਸਾਹਿਬ 'ਚ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ। ਉਹ ਨਿਰਗੁਣ ਸਰਗੁਣ ਪਰਮੇਸ਼ਰ ਜਿਹੜਾ ਹੈ ਉਹ ਸਾਰਿਆਂ ਵਿੱਚ ਆਪ ਹੀ ਬੈਠਾ ਹੈ, ਆਪ ਹੀ ਪ੍ਰਗਟ ਹੋਇਆ, ਆਪੇ ਹੀ ਗੁਰੂ ਨਾਨਕ ਬਣਿਆ, ਆਪੇ ਹੀ 10 ਗੁਰੂ ਬਣਿਆ, ਆਪੇ ਹੀ ਬਾਣੀ ਉਚਾਰੀ, ਆਪੇ ਹੀ ਇਹਨੂੰ ਪੜ੍ਹਨ ਲੱਗਿਆ, ਆਪੇ ਹੀ ਵਿਚਾਰਨ ਲੱਗਿਆ। ਕਹੋ ਸਤਨਾਮ ਸ੍ਰੀ। ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਣਹਾਰਾ, ਆਪੇ ਦੇਖਿਆ ਆਪੇ ਬੂਝਾ, ਆਪੇ ਹੈ ਬਣਜਾਰਾ। ਇਸ ਕਰਕੇ ਬੇਅੰਤ ਰੂਪ ਉਹਨੇ ਧਾਰਨ ਕੀਤੇ। ਰੰਗੀ ਰੰਗੀ ਭਾਂਤੀ ਕਰ ਕਰ, ਭਾਂਤੀ ਤਰ੍ਹਾਂ ਤਰ੍ਹਾਂ ਦੀ, ਤਰ੍ਹਾਂ ਤਰ੍ਹਾਂ ਦੇ ਰੰਗਾਂ ਦੀ। ਰੰਗੀ ਰੰਗੀ ਭਾਂਤੀ ਕਰ ਕਰ, ਜਿਨਸੀ ਮਾਇਆ ਜਿਨ ਉਪਾਈ। ਕਰ ਕਰ ਵੇਖਿਆ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਆ ਖੇਡਾਂ ਕਰ ਕਰ ਵੇਖਦਾ। ਜਵਾਕਾਂ ਨੂੰ ਵੇਖਿਆ ਹੋਣਾ ਕਦੇ ਪਿੰਡਾਂ ਦੇ ਵਿੱਚ, ਜਦੋਂ ਕੋਈ ਗਲੀ 'ਚ ਲਿਆ ਕੇ ਮਿੱਟੀ ਟਰਾਲੀ ਲਾਹ ਦਿੰਦਾ ਨਾ, ਫਿਰ ਬੱਚੇ ਆ ਜਾਂਦੇ ਆ।
फिर उत्थे पैर के उत्ते मिट्टी थप के विचों पैर कढ़ कहंदे आ मेरा घर बन गया। फिर उत्थे निक्के निक्के भांडे जे बनाते गोलियां वट के मिट्टी दियां। इस तरह ही एक साडा घर बन गया जी। खेडी जाते आथन दी क्यारा जिहा बनाता, विच पानी पाता, अपना खेत होया। ये सारा कुछ बनाई जाते आथन दी खेडी जाते, जिन्ने चਿਰ मन नहीं भरदा लगे रहिंदे आ। जदों मन भर जांदा जां आवाज़ां वजदियां घरों भी आ जाओ घरे हुण, फिर उठदे आ, फिर वो घर छड्ड के नहीं जाते बने होए, फिर पैर मारदे आ, उन्हां नूं ढाह के तुर जाते आ। बनाउण वेले आनंद माणिया, ढाउण वेले कोई गम नहीं आ, उदों भी खुश आ। कोई सतनाम श्री उदों भी खुश आ। तो इस तरह परमेश्वर ने सानू बनाया तो सानू ढाउंदा, उहनूं कोई फर्क नहीं पैंदा। उहदियां खेडां सानू लगदा भी ये क्यों मर गया। वो बच्चियां दी तरह खेडां कढदा, ब्रह्म ज्ञानी बच्चियां दी तरह हो जांदा। जदों ब्रह्म ज्ञान हो जाता ना, उहदे वास्ते ना काहू से दोस्ती ना काहू से बैर। बच्चों लड़ते वेखिओ, घंटा पहला लड़े है, हथ ने फिर कट्ठे खेडते हैं, पर असी तो एक बारी लड़ पईए तो जिंदगी भर नहीं बोलते। कहो सतनाम सी। ब्रह्म ज्ञानी की अवस्था ऐसी हो जाती है, वो किसी ने लड़दा ही नहीं गा। ना काहू से दोस्ती ना काहू से बैर। खैर निर्गुण सरगुण हर हर मेरा, कोई है जियो आन मिलावै जियो, कोई मैनू उसनों उहदे नाल मिला देवे। कोई जन हरस्यों देवै जोर, चरण गहों बकों शुभ रसना दीजै प्राण अकोर। कहनी मैनू कोई मालक दे नाल मिला देवे, मैं बेनती करदी हाँ। तो मिलाउण वाला अगों कहना पता की कहना, कहना मिला तो देवांगे, फिर तू भेटा की देंगे। कहो सतनाम सी। भेटा की देंगा? कहते बस एक बारी उन्होंने मिला दे, मुड़ के शरीर की लोड़ नहीं है, जान तेरी, मैं शरीर ही तो इत्थों वार दूंगा। कोई जन हरस्यों देवै जोर, चरण गहों बकों शुभ रसना दीजै प्राण अकोर। मैं उसनों चरण फड़दा हाँ, पैरी पैंदा हाँ, प्यार नाल बेनतियां करदा, उहदी सिफत करूँगा, उहनूं जान वार दूंगा। पर मैनू एक बारी उन्हें मिला देवे, क्योंकि मेन मकसद जिंदगी का परमेश्वर नाल मिलना ही आ। जिद्दें आत्मा परमात्मा मिल गई, उदे शरीर का काम खत्म। कहो सतनाम सी। ये मिलिया तो उन्होंने मिलने वास्ते सी, पर मनुख मिलन तो बगैर ही इनू खत्म करी जाता। भई प्राप्त मानुख दे हुरिया, गोबिंद मिलन की एहो तेरी बरिया। अवर काज तेरा कितै ना काम, मिल साध संगत भज केवल ना। कोई जन हरस्यों देवै जोर, चरण गहों बकों शुभ रसना दीजै प्राण अकोर। मानता निर्मल करत क्यारो, हर सिंचै सुधा संजोर। कोई मेरे मन ते तन नूं पद्धरा करके इहदे विच अमर दीयां बूंदां छिड़क देवे, सिंच देवे। तो ऐसे भी है परमेश्वर दे प्यारे, जिहड़े जाणदे इस गल नूं मिलाउण दे योग हन, वो मिलाउंदे आ। मेरे प्रीतम जी कहंदे कोई है निर्गुण सरगुण हर हर मेरा। वो जिहड़ा निर्गुण ते सरगुण परमेश्वर कई रूपां च रहिंदा है, कोई मैनू मिला देवे। कोई आन जियो आन मिलावै जियो, खट शास्त्र विचरत मुख ज्ञाना। तू ਉਹਨੂੰ पाउण वास्ते की कुछ कीता? वो कहती मैं की नहीं कीता। भाव जो दुनिया करदी आ, वो पंजवें पातशाह जी ने इत्थे लिख दिता। रब नूं पाउण वास्ते बंदा की कुछ करदा है, आ सुन लो। खट शास्त्र विचरत मुख ज्ञाना, मैं 6 शास्त्रां नूं मूँह जवानी याद कर लिया। आ है ना रावण, ये ब्राह्मण सीगा, ते इस रावण ब्राह्मण ने 6 शास्त्र, 4 वेद, सारियां हिंदू मत दीयां किताबां नूं मूँह जवानी कंठ कीता होया सीगा। आ लंका ने शिव जी के घर का मूर्त करने वेले लंका ही ले ली दान च। लंका का मूर्त किया, उही ले ली ठगी मार के, तो ठगी चली गई। ठगी आवे ठगी उठ जाए, जिहड़ा माल ठगी चाहुंदा ठगी च ही वग जांदा। कोई सतनाम श्री। अत सुंदर कुलीन चतर मोह ज्ञानी तनवंत, मृतक कही है नानका जे प्रीत नहीं भगवंत। ये 4 गुण रावण दे विच सीगे। उच्ची कुल ब्राह्मण सीगा, सोहना सीगा,
ਚਤਰ ਚਲਾਕ ਬੜਾ ਸੀ। ਦੇਖੋ ਸਾਰੀਆਂ ਧਰਤੀਆਂ ਸਾਰੇ ਗ੍ਰਹਿ ਉਹਨੇ ਆਪਣੇ ਕਾਬੂ 'ਚ ਕਰ ਲਏ ਸੀ। ਇੰਨਾ ਗਿਆਨ ਹੋ ਗਿਆ ਸੀ ਉਸ ਨੂੰ। ਕੋਈ ਸਤਨਾਮ ਸੀ। ਜਿਵੇਂ ਕੋਈ ਚੱਕਰਵਰਤੀ ਰਾਜਾ ਬਣ ਜਾਵੇ, ਇਸ ਤਰ੍ਹਾਂ ਲੰਕਾ ਦਾ ਰਾਜਾ ਰਾਵਣ ਸਾਰੇ ਗ੍ਰਹਿਾਂ ਨੂੰ ਆਪਣੇ ਕਬਜ਼ੇ 'ਚ ਕਰ ਗਿਆ ਸੀਗਾ। ਔਰ ਅੱਗੇ ਜਾ ਕੇ ਫਿਰ ਉਸ ਦੀ ਇੱਕੋ ਗਲਤੀ, ਪਰਾਈ ਇਸਤਰੀ ਨੂੰ ਉਸਨੇ ਡਿਸਟਰਬ ਕੀਤਾ ਤਾਂ ਉਸ ਦਾ ਸਾਰਾ ਗਿਆਨ ਮਿੱਟੀ 'ਚ ਪੈ ਗਿਆ। ਕੋਈ ਸਤਨਾਮ ਸੀ, ਮਿੱਟੀ 'ਚ ਮਿਲ ਗਿਆ। ਇਸ ਕਰਕੇ ਉਸ ਪਰਮੇਸ਼ਰ ਨੂੰ ਹਰ ਥਾਂ ਜਾਣਨ ਦੀ ਲੋੜ ਹੈ। ਖੈਰ, ਗੁਰੂ ਕਿਰਪਾ ਕਰਨ। ਤੂੰ ਉਹਦੇ ਬਾਰੇ ਕੀ ਜਾਣਦਾ? ਕਹਿੰਦਾ ਜਾਣਦਾ, ਮੈਂ 6 ਸ਼ਾਸਤਰ ਪੜ੍ਹੇ, ਮੈਂ ਸਾਰੇ ਵੇਦ ਪੜ੍ਹੇ, ਗ੍ਰੰਥ ਪੜ੍ਹੇ, ਮੁੱਖ ਗਿਆਨਾ, ਇਹ ਸਾਰਾ ਕੁਝ ਮੈਂ ਮੂੰਹ ਜ਼ਬਾਨੀ ਕਥਾ ਵੀ ਕਰ ਸਕਦਾ ਵੇਦਾਂ ਦੀ। ਪਰ ਜ਼ਰੂਰੀ ਨਹੀਂ ਵੀ ਗਿਆਨ ਹੋਣ ਤੋਂ ਬਾਅਦ ਵੀ ਉਹਨੂੰ ਪਾ ਲਿਆ ਹੋਵੇ। ਕੋ ਸਤਨਾਮ ਸੀ। ਗਿਆਨ ਹੋਣ ਤੋਂ ਬਾਅਦ ਗਿਆਨ ਦਾ ਹੰਕਾਰ ਹੋ ਜਾਂਦਾ। ਹੰਕਾਰ ਉਸ ਤਿੱਤਰ ਬਟੇਰੇ ਵਰਗਾ ਹੈ ਜਿਹੜਾ ਹਰੀਆਂ ਕਣਕਾਂ ਵੇਲੇ ਹਰਾ ਹੋ ਜਾਂਦਾ, ਜਦੋਂ ਪੱਕ ਜਾਂਦੀਆਂ ਪੀਲਾ ਹੋ ਜਾਂਦਾ। ਕੋ ਸਤਨਾਮ ਸੀ। ਜਿਹੋ ਜਿਹਾ ਮਨੁੱਖ ਦਾ ਸੁਭਾਅ ਹੁੰਦਾ ਹੈ, ਹੰਕਾਰ ਉਹੇ ਜਾ ਕੇ ਵੜ ਜਾਂਦਾ। ਕੁਰਸੀ 'ਤੇ ਬੈਠੇ ਤੇ ਕੁਰਸੀ ਦਾ ਹੰਕਾਰ ਹੋ ਜਾਂਦਾ। ਗਿਆਨੀ ਬਣ ਗਿਆ ਤੇ ਗਿਆਨ ਦਾ ਵੀ ਕਈ ਵਾਰੀ ਹੰਕਾਰ ਹੋ ਜਾਂਦਾ। ਫਿਰ ਉਹ ਗਿਆਨ ਗਵਾ ਜਾਂਦਾ, ਫਿਰ ਰੋਂਦਾ। ਕਿੱਥੇ ਲਿਖਿਆ ਬਾਣੀ 'ਚ ਭਲਾ? ਪੰਡਤ ਰੋਵੈ ਗਿਆਨ ਗਵਾਏ। ਆਪਣੇ ਗਿਆਨ ਨੂੰ ਜਦੋਂ ਖਰਾਬ ਕਰ ਬਹਿੰਦਾ, ਗਵਾ ਬਹਿੰਦਾ, ਫਿਰ ਉਹ ਰੋਂਦਾ। ਜਿੱਥੇ ਲਿਖਿਆ ਨਾਨਕ ਦੁਖੀਆ ਸਭ ਸੰਸਾਰ, ਉੱਥੇ ਕਈ ਸਾਖੀਆਂ ਨੇ ਉਸ ਸ਼ਬਦ ਦੇ ਵਿੱਚ। ਜਿਸ ਤਰ੍ਹਾਂ ਅਜੈ ਸਰੋਵੈ ਭੀਖਿਆ ਖਾਏ। ਅਜੈ ਰਾਜਾ ਹੋਇਆ, ਉਹ ਵੀ ਰੋਂਦਾ ਕਿਉਂਕਿ ਉਹਨੇ ਵੀ ਗਿਆਨ ਨਹੀਂ ਵਰਤਿਆ ਭਿਕਸ਼ਾ ਦੇਣ ਵੇਲੇ, ਵੀ ਜਿਹੜੀ ਮੈਂ ਚੀਜ਼ ਖਾਣ ਨੂੰ ਦੇ ਰਿਹਾ ਮੇਰੇ ਖਾਣ ਦੇ ਕੰਮ ਦੀ ਹੈ ਪਹਿਲਾਂ। ਜੇ ਮੈਂ ਨਹੀਂ ਖਾ ਸਕਦਾ ਉਹ ਕਿਵੇਂ ਖਾ ਸਕਦਾ? ਕੋਈ ਸਤਨਾਮ। ਇਸੇ ਤਰ੍ਹਾਂ ਹੀ ਮੇਰੇ ਪ੍ਰੀਤਮ ਜੀ ਕਹਿੰਦੇ, ਮੈਨੂੰ ਬਹੁਤ ਗਿਆਨ ਹੈ। ਜਿਹੜਾ ਪੁੱਛਦਾ ਨਾ ਲੱਭਣ ਵਾਸਤੇ ਰੱਬ ਨੂੰ ਗੁਰੂ ਕੋਲੋਂ, ਗੁਰੂ ਕਹਿੰਦਾ ਤੂੰ ਕੀਤਾ ਕੀ ਕੁਝ ਹੈ? ਕਹਿੰਦਾ ਮੈਂ ਬਹੁਤ ਕੁਝ ਕੀਤਾ। ਪੂਜਾ ਤਿਲਕ ਤੀਰਥ ਇਸ਼ਨਾਨਾ, ਮੈਂ 68 ਤੀਰਥਾਂ ਦੇ ਇਸ਼ਨਾਨ ਕਰ ਲਏ। ਮੈਂ ਰੋਜ਼ ਪੂਜਾ ਅਰਚਨਾ ਵੀ ਕਰਦਾ, ਮੈਂ ਮੱਥੇ 'ਤੇ ਤਿਲਕ ਵੀ ਲਾਉਣਾ। ਹੋਰ ਕੀ ਕਰਦਾ? ਨਿਉਲੀ ਕਰਮ ਆਸਨ 84, ਮੈਂ ਆ ਵੀ ਜਾਣਦਾ। ਪੁੱਠੇ ਸਿੱਧੇ ਲਮਕਣਾ, ਨਿਉਲੀ ਕਰਮ ਧੂਣੀਆਂ ਤਾਂ ਆਪਣੀਆਂ ਜਲ ਧਾਰੇ ਕਰਨੇ। ਕਈ ਵਾਰੀ ਬੜਾ ਚੰਬਾ ਹੁੰਦਾ ਪਿੰਡਾਂ ਵਾਲੇ ਲੋਕਾਂ ਨੂੰ, ਜਦੋਂ ਕੋਈ ਸਾਧ ਪੋਹ ਮਾਗ 'ਚ ਕਹਿੰਦਾ ਹੈ ਆਪਾਂ ਜਲ ਧਾਰਾ ਕਰਨਾ ਬਈ, ਅਤੇ ਜਲ ਧਾਰੇ ਦੇ ਵਿੱਚ ਹੁੰਦਾ ਕੀ ਹੈ? ਰਾਤ ਨੂੰ ਘੜੇ ਪਾਣੀ ਦੇ ਭਰ ਕੇ ਧਰ ਦੇਣੇ ਹੈ। ਇੱਕ ਬਹਿੰਗੀ ਉੱਤੇ ਮੋਰੀ ਵਾਲਾ ਘੜਾ ਰੱਖ ਦੇਣਾ, ਉਹਦੇ ਵਿੱਚੋਂ ਧਾਰ ਪੈਂਦੀ ਆ ਪਾਣੀ ਦੀ ਥੱਲਿਓਂ, ਅਤੇ ਉਹ ਸਾਧ ਨੇ ਫਿਰ ਤੜਕੇ ਉਹ ਠੰਡੇ ਪਾਣੀ ਥੱਲੇ ਬਹਿ ਜਾਣਾ। ਕੋਈ ਸਤਨਾਮ। ਅਤੇ ਪਿੰਡ ਦੇ ਨੌਜਵਾਨਾਂ ਨੂੰ ਠੰਡਾ ਪਾਣੀ ਪਾਈ ਜਾਣਾ, ਉਤਲੇ ਘੜੇ 'ਚ ਪਈ ਜਾਂਦਾ, ਡੁੱਲੀ ਜਾਂਦਾ। ਲੋਕ ਕਹਿੰਦੇ ਯਾਰ ਬਾਬਾ ਵੇਖੀ ਇੰਨੇ ਠੰਡੇ ਪਾਣੀ 'ਚ ਬਹਿ ਗਏ ਆ। ਅਸਲ ਦੇ ਵਿੱਚ ਉਹਨਾਂ ਨੇ ਕੋਈ ਗਰਮ ਚੀਜ਼ਾਂ ਅੰਦਰੋਂ ਖਾਧੀਆਂ ਹੁੰਦੀਆਂ, ਉਹਨਾਂ 'ਤੇ ਅਸਰ ਹੀ ਨਹੀਂ ਹੁੰਦਾ ਠੰਡੇ ਪਾਣੀ ਦਾ। ਪਰ ਇਸ ਤਰ੍ਹਾਂ ਰੱਬ ਨਹੀਂ ਪਾਇਆ ਜਾ ਸਕਦਾ। ਕੋਈ ਸਤਨਾਮ ਸੀ। ਕਹਿੰਦਾ ਮੈਂ ਨਿਉਲੀ ਕਰਮ ਕੀਤੇ, ਆਸਣ 84, ਸਾਰੇ ਆਸਣ ਵੀ ਲਾਉਣ ਜਾਣਦਾ। ਜਿਵੇਂ ਰਾਮਦੇਵ ਲੋਕਾਂ ਨੂੰ ਸਿਖਾਉਂਦਾ, ਪਰ ਰੱਬ ਨਹੀਂ ਪਾਇਆ ਹਜੇ। ਕੋਈ ਸਤਨਾਮ ਸੀ। ਕੇਵਲ ਤੇ ਕੇਵਲ ਪ੍ਰਾਣਾਯਾਮ ਹੀ ਸਿਖਾਉਂਦਾ, ਪਰਮੇਸ਼ਰ ਨੂੰ ਨਹੀਂ ਪਾਇਆ ਜਾ ਸਕਦਾ ਇਸ ਢੰਗ ਦੇ ਨਾਲ। ਪ੍ਰੀਤਮ ਜੀ ਕਹਿੰਦੇ ਨਿਉਲੀ ਕਰਮ ਕੀਤੇ, 84 ਤਰ੍ਹਾਂ ਦੇ ਆਸਣ ਸਿੱਖੇ। ਇਹ 84 ਆਸਣ ਜਿਹੜੇ 84 ਜਾਨਵਰਾਂ ਦੇ ਆਸਣ ਆ। ਜਿਵੇਂ ਪਸ਼ੂ ਬਹਿੰਦੇ ਆ ਨਾ, ਉਹਨਾਂ ਦੇ ਬੈਠਣ ਦੇ ਢੰਗ ਨੂੰ ਮਨੁੱਖ ਨੇ ਵਰਤਿਆ, ਉਹਨੂੰ ਕਹਿੰਦੇ ਆਸਣ ਲਾਉਣਾ। ਪਦਮ ਆਸਣ ਇਹ ਸੱਪ ਦਾ ਆਸਣ ਹੈ। ਪੈਰ ਦੇ ਲੱਤ ਦੇ ਵਿੱਚੋਂ ਲੱਤ ਕੱਢ ਕੇ ਦੂਜੇ ਲੱਕ 'ਤੇ ਰੱਖਣੀ, ਇੱਧਰੋਂ ਕੱਢ ਕੇ ਦੂਜੇ ਪਾਸੇ ਰੱਖਣੀ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ ਵੀਰ ਆਸਣ, ਮਿਰਗ ਆਸਣ, ਅਨੇਕਾਂ ਤਰ੍ਹਾਂ ਦੇ ਆਸਣ ਹੈ। ਪਸ਼ੂਆਂ ਦੇ ਬੈਠਣ ਦੇ ਢੰਗ ਬੰਦੇ ਨੇ ਵਰਤ ਲਏ। ਕਹਿੰਦਾ ਮੈਂ 84 ਦੇ 84 ਆਸਣ ਵੀ ਲਾਉਣ ਜਾਣਦਾ। ਇਨ ਮੈਂ ਸ਼ਾਂਤ ਨ ਆਵੈ ਜੀਓ। ਗੁਰੂ ਅਰਜਨ ਦੇਵ ਜੀ ਕਹਿੰਦੇ ਇੱਦਾਂ ਨਹੀਂ ਮਿਲਦਾ ਗਾ। ਕਹੋ ਸਤਨਾਮ ਸ੍ਰੀ। 10ਵੇਂ ਪਾਤਸ਼ਾਹ ਨੇ ਇੱਕੋ ਪੰਕਤੀ ਵੀ ਸਿੱਧੀ ਗੱਲ ਮੁਕਾਤੀ, ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇੱਕ ਸਵਈਏ ਦੀਆਂ 2 ਪੰਕਤੀਆਂ ਵਿੱਚ ਇਹ ਗੱਲ ਸਿੱਧੀ ਪੂਰੀ ਕਰਤੀ। ਬਾਬਾ ਜੀ ਕਹਿੰਦੇ ਇਨ ਮੈਂ ਸ਼ਾਂਤ ਨਾ ਆਵੈ ਜੀਓ, ਇੱਦਾਂ ਨਹੀਂ ਮਿਲਦਾ। ਹੋਰ ਕੀ ਕੀਤਾ?
ਅਣਕ ਬਰਖ ਕੀਏ ਜਪ ਤਾਪਾ। ਹਜ਼ਾਰਾਂ ਸਾਲਾਂ ਤੋਂ ਮੈਂ ਧੂਣੀਆਂ ਤਾਪ ਰਹੀਆਂ, ਜਲ ਧਾਰੇ ਕਰ ਰਿਹਾ, ਪਰ ਹਜੇ ਮਿਲਿਆ ਨਹੀਂ ਗਾ। ਹੋਰ ਕੀ ਕੀਤਾ? ਇੱਕ ਐਸੇ ਵੀ ਲੋਕ ਤੁਸੀਂ ਦੇਖੇ ਹੋਣਗੇ, ਉਹ ਟਿਕਦੇ ਨਹੀਂ, ਉਹ ਚੱਲਦੇ ਰਹਿੰਦੇ ਹੈ। ਗਵਨ ਕੀਆ ਧਰਤੀ ਪਰਮਾਤਾ, ਸਾਰੀ ਧਰਤੀ ਭਰਮ ਲਈ। ਚਲੋ ਉਸ ਤੀਰਥ 'ਤੇ ਚਲੋ, ਹੁਣ ਅਗਲੇ ਤੀਰਥ 'ਤੇ ਚਲੋ, ਹੁਣ ਅਗਲੇ ਤੀਰਥ 'ਤੇ ਚਲੋ, ਪੈਰੀਂ ਚੱਲਦੇ ਹੀ ਰਹਿੰਦੇ ਆ, ਉਹ ਰੁਕਦੇ ਨਹੀਂ ਕਿਤੇ। ਇੱਦਾਂ ਮਿਲ ਜੂਗਾ? ਕਹਿੰਦੇ ਇੱਦਾਂ ਵੀ ਨਹੀਂ ਮਿਲਦਾ। ਇੱਕ ਖਿਨ ਹਿਰਦੈ ਸ਼ਾਂਤ ਨ ਆਵੈ, ਇੱਕ ਛਿਨ ਵੀ ਤੈਨੂੰ ਸ਼ਾਂਤੀ ਨਹੀਂ ਆ ਸਕਦੀ ਇਹਨਾਂ ਢੰਗਾਂ ਦੇ ਨਾਲ। ਜੋਗੀ ਬਹੁੜ ਬੌਣੀ ਉੱਠ ਧਾਵੈ ਜੀਓ। ਜੋਗੀ ਕੌਣ ਹੈ? ਸਾਡਾ ਮਨ। ਸਾਡਾ ਮਨ ਤਾਂ ਬੈਠਦਾ ਹੀ ਨਹੀਂਗਾ। ਚੁੱਪ ਹੈ ਚੁੱਪ ਨਾ ਹੋਵੇ, ਜੇ ਲਾਏ ਰਾਹਾਂ ਲਿਵਤਾਰ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਫਿਰ ਕਿਵੇਂ ਉਸ ਨੂੰ ਪਾਈਏ? ਇਹ ਜੋਗੀ ਤਾਂ ਜੁੜਦਾ ਹੀ ਨਹੀਂਗਾ। ਜੋਗੀ ਹੁੰਦਾ ਜੁੜਨ ਵਾਲਾ, ਤੇ ਸਰੀਰ ਜੋਗੀ ਨਹੀਂ ਹੁੰਦਾ। ਮਨ ਨੇ, ਸੁਰਤ ਨੇ, ਸ਼ਬਦ ਨਾਲ ਜੁੜਨਾ, ਫਿਰ ਇਹ ਜੋਗੀ ਬਣੂਗਾ। ਤੇ ਗੋਰਖਨਾਥ ਮੈਨੇ ਕੰਨ ਪਾੜ ਪਾੜ ਕੇ ਮੁੰਦਰਾਂ ਪਾਤੀਆਂ, ਕੇਸ ਦਾੜੀਆਂ ਮੁੰਨਤੀਆਂ। ਕਹਿੰਦੇ ਜੀ ਚੇਲਾ ਮੁੰਨ ਲਿਆ। ਚੇਲਾ ਮੁੰਨ ਕੇ ਤੇ ਬਗਲੀ ਚਕਾਤੀ। ਕਹਿੰਦੇ ਜਾਓ ਹੁਣ ਤੁਸੀਂ ਮੰਗ ਕੇ ਖਾਓ। ਕਹਿੰਦੇ ਇੱਦਾਂ ਹੰਕਾਰ ਖਤਮ ਹੋ ਜਾਊਗਾ। ਪਰ ਜੋਗੀਆਂ ਦੇ ਚੇਲਿਆਂ ਦਾ, ਗੋਰਖਨਾਥ ਦੇ ਚੇਲਿਆਂ ਦਾ ਹੰਕਾਰ ਫਿਰ ਵੀ ਖਤਮ ਨਹੀਂ ਹੋਇਆ। ਕਹੋ ਸਤਨਾਮ ਸ੍ਰੀ। ਉਹ ਆਪਣੇ ਆਪ ਨੂੰ ਬਹੁਤ ਵੱਡੇ ਸਮਝਣ ਲੱਗ ਪਏ। ਰਿੱਧੀਆਂ ਸਿੱਧੀਆਂ ਆ ਗਈਆਂ, ਮੂੰਹ 'ਚੋਂ ਆ ਕੱਢਣ ਦੀ ਜੁਗਤੀ ਆ ਗਈ, ਉੱਡਣ ਸਿੱਖ ਗਏ। ਧੰਨ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਕੋਲ ਪਹੁੰਚ ਗਿਆ। ਸਿੱਧ ਗੋਸ਼ਟ ਉੱਥੇ ਹੀ ਰਚੀ ਆ, ਸ਼ਮੇਰ ਪਰਬਤ 'ਤੇ। ਉਹਨਾਂ ਨੇ ਇੱਛਾ ਕੀਤੀ ਕਿਉਂ ਨਾ ਗੁਰੂ ਨਾਨਕ ਨੂੰ, ਬਾਬੇ ਨਾਨਕ ਨੂੰ ਚੇਲਾ ਬਣਾਇਆ ਜਾਵੇ। ਇਹ ਤਾਂ ਬੜਾ ਗਿਆਨੀ ਹੈ ਬਈ। ਜੇ ਕਿਤੇ ਸਾਡਾ ਚੇਲਾ ਬਣ ਜੇ, ਇੱਕ ਵਾਰੀ ਠੱਪਾ ਲੱਗ ਜੇ ਵੀ ਗੋਰਖਨਾਥ ਦਾ ਚੇਲਾ, ਬਸ ਉਦੋਂ ਵੱਧ ਕੁਛ ਨਹੀਂ। ਵੀ ਠੱਪਾ ਸਾਡਾ ਲੱਗ ਜੇ, ਮੁੰਦਰਾਂ ਪਾ ਲੇ ਕੰਨ ਵਿੱਚ, ਬਗਲੀ ਚੱਕ ਲੈ, ਫਿਰ ਜਿੰਨਾ ਮਰਜ਼ੀ ਪ੍ਰਚਾਰ ਕਰੇ, ਫਿਰ ਸਾਰਾ ਉਹ ਪ੍ਰਚਾਰ ਕਿਹਦਾ ਹੋਵੇਗਾ? ਗੋਰਖਨਾਥ ਦਾ ਚੇਲਾ ਸੀ, ਕਹਿੰਦੇ ਬਾਬਾ ਨਾਨਕ। ਕਹੋ ਸਤਨਾਮ ਸੀ। ਬਸ ਆਹੀ ਉਹਨਾਂ ਦੀ ਇੱਛਾ ਸੀ। ਬਾਬੇ ਨਾਨਕ ਨੂੰ ਆਪਣਾ ਚੇਲਾ ਬਣਾਉਣ ਵਾਸਤੇ ਜੋਗੀਆਂ ਨੇ ਬੜੇ ਜ਼ੋਰ ਲਾਏ। ਬਹੁਤ ਤਰ੍ਹਾਂ ਦੇ ਸਵਾਲ ਪੁੱਛੇ, ਬਾਬਾ ਸਭ ਦੇ ਜਵਾਬ ਦਿੰਦਾ ਗਿਆ। ਹੌਲੀ ਹੌਲੀ ਸਤਿਗੁਰੂ ਪਾਤਸ਼ਾਹ ਗੋਰਖਨਾਥ ਦੇ ਟਿੱਲੇ 'ਤੇ ਪਹੁੰਚ ਗਏ, ਸ਼ਮੇਰ ਪਰਬਤ 'ਤੇ। ਉੱਥੇ ਗੱਲਾਂ ਚੱਲੀਆਂ, ਬਾਤਾਂ ਚੱਲੀਆਂ। ਉਹ ਕਹਿੰਦੇ ਵੇਖ ਨਾਨਕ, ਬਾਲਕੇ, ਬਾਲਕਾ ਤਾਂ ਕਹਿੰਦੇ ਸੀ ਬਾਬੇ ਜੀ ਦੀ ਓਰੀਜਨਲ ਉਮਰ ਸੀ ਜਿੰਨੀ ਸੀਗੀ ਮੌਕੇ ਦੀ। ਗੋਰਖਨਾਥ ਵਰਗਿਆਂ ਨੇ ਸਾਹ ਰੋ ਰੋ ਕੇ ਲੰਮੀਆਂ ਉਮਰਾਂ ਕੀਤੀਆਂ ਸੀ, ਤਾਂ ਨਾਨਕ ਜੀ ਨੂੰ ਬਾਲਕਾ ਕਹਿੰਦੇ ਸੀ। ਕਹਿੰਦੇ ਬਾਲੇ ਨਾਨਕ ਇਹ ਦੱਸ ਵੀ ਦੁਨੀਆ 'ਚ ਮਰਦਾ ਕੌਣ ਹੈ? ਬਾਬਾ ਜੀ ਕਹਿੰਦੇ ਮਰਦਾ ਕੋਈ ਨਹੀਂ। ਪੰਜੇ ਤੱਤ ਅੱਡੋ ਅੱਡ ਹੋ ਜਾਂਦੇ ਆ, ਚੇਤਨਾ ਨਿਕਲ ਜਾਂਦੀ ਹੈ। ਕਹਿੰਦੇ ਤੂੰ ਸਾਡਾ ਚੇਲਾ ਬਣ ਜਾ, ਜੋਗੀ ਬਣ ਜਾ, ਤੈਨੂੰ ਇੱਦਾਂ ਉੱਡਣ ਸਿਖਾ ਦਿਆਂਗੇ। ਵਿੱਚੋਂ ਕੁਝ ਜੋਗੀ ਉੱਡਣ ਲੱਗੇ ਆਕਾਸ਼ਾਂ ਵਿੱਚ। ਕੋਈ ਡੰਡੇ 'ਤੇ ਬਹਿ ਗਿਆ, ਕੋਈ ਆਸਣ 'ਤੇ ਬੈਠ ਕੇ ਉੱਡਣ ਲੱਗੇ ਆ। ਸਿਰ ਦੇ ਕੋਨੇ ਮੋਨੇ ਸਾਰੇ ਆਕਾਸ਼ਾਂ 'ਚ ਉੱਡਣ ਲੱਗੇ, ਰਿੱਧੀਆਂ ਸਿੱਧੀਆਂ ਨਾਲ। ਕੁਝ ਥੱਲੇ ਬੈਠੇ ਹੋਏ, ਕਹਿੰਦੇ ਵੇਖ ਇੱਧਰ, ਸਾਡੇ ਬੰਦੇ ਤਾਂ ਇੱਦਾਂ ਉੱਡ ਜਾਂਦੇ ਆ, ਤੂੰ ਉੱਡ ਕੇ ਵਿਖਾ। ਬਾਬਾ ਜੀ ਕਹਿੰਦੇ ਮੈਂ ਤਾਂ ਨਹੀਂ ਉੱਡਣ ਜਾਣਦਾ ਭਾਈ। ਕਹਿੰਦੇ ਨਹੀਂ ਉੱਡ ਸਕਦਾ ਤਾਂ ਫਿਰ ਚੇਲਾ ਬਣ ਜਾ। ਕਹਿੰਦੇ ਨਾ ਮੈਂ ਤੁਹਾਡਾ ਚੇਲਾ ਬਣਾ। ਕਹਿੰਦੇ ਫਿਰ ਤੂੰ ਸਾਥੋਂ ਗਾਹਾਂ ਨਹੀਂ ਟੱਪ ਸਕਦਾ, ਇੱਥੋਂ ਪੁੱਠਾ ਮੁੜ ਜਾ। ਕਹਿੰਦੇ ਨਾ ਮੈਂ ਪੁੱਠਾ ਮੁੜਾਂ, ਮੈਂ ਜਿੱਥੋਂ ਦਾ ਇਰਾਦਾ ਕਰਕੇ ਆਇਆ ਮੈਂ ਉੱਥੇ ਹੀ ਜਾਊਂਗਾ। ਕੋਈ ਸਤਨਾਮ ਸ੍ਰੀ, ਗਾਹਾਂ ਜਾਊਂਗਾ। ਕਹਿੰਦੇ ਫਿਰ ਸਾਡਾ ਚੇਲਾ ਬਣੇ ਤੋਂ ਬਿਨਾਂ ਨਹੀਂ ਜਾ ਸਕਦਾ, ਜੇ ਤੂੰ ਗਿਆ ਤੇ ਮਰ ਜਾਏਗਾ। ਕਹਿੰਦਾ ਮੌਤ ਤੋਂ ਮੈਂ ਡਰਦਾ ਹੀ ਨਹੀਂ। ਬਾਬਾ ਨਾਨਕ ਕਹਿੰਦਾ ਕੋਈ ਮੈਨੂੰ ਮੌਤ ਦਾ ਖਤਰਾ ਹੀ ਕੋਈ ਨਹੀਂ। ਸ਼ੇਰ ਬਘਿਆੜ ਤਾਂ ਉਹਨਾਂ ਦੇ ਪੈਰਾਂ 'ਚ ਆ ਕੇ ਬੈਠਦੇ ਰਹੇ ਆ, ਮਨੁੱਖਾਂ ਵਾਂਗੂ ਚੌਂਕੜੇ ਮਾਰ ਕੇ ਗੱਲਾਂ ਬਾਤਾਂ ਸੁਣ। ਆਹ ਗੁਜਰਾਤ ਦੇ ਜੰਗਲ ਵਿੱਚ ਬਹੁਤ ਸ਼ੇਰ ਰਹਿੰਦੇ ਸੀ। ਜਿੱਥੇ ਬਾਬੇ ਨੇ ਜਾ ਕੇ ਰਬਾਬ ਵਜਾਈ, ਉਹ ਸਾਰੇ ਸ਼ੇਰ ਆ ਕੇ ਬਾਬੇ ਦੇ ਮੂਹਰੇ ਸੰਗਤ ਵਾਂਗੂ ਬੈਠ ਗਏ। ਕਹੋ ਸਤਨਾਮ, ਜਿਵੇਂ ਸੰਗਤ ਬੈਠੀ ਹੁੰਦੀ ਹੈ। ਉਹਨਾਂ ਨੂੰ ਵੀ ਗਿਆਨ ਕਰਾਇਆ ਬਾਬੇ ਨੇ, ਉਹਨਾਂ ਦਾ ਵੀ ਉਧਾਰ ਕੀਤਾ। ਅਖੀਰ ਜਦੋਂ ਇਹ ਉੱਡੀ ਗਏ, ਬਾਬੇ ਨੂੰ ਵਾਰ-ਵਾਰ ਕਹੀ ਕਿ ਉੱਡ ਕੇ ਵਿਖਾ, ਉੱਡ ਕੇ ਵਿਖਾ। ਬਾਬਾ ਜੀ ਕਹਿੰਦੇ ਮੈਂ ਨਹੀਂ ਉੱਡਣ ਜਾਣਦਾ। ਕਹਿੰਦੇ ਨਹੀਂ ਉੱਡ ਜਾਂਦਾ ਫਿਰ ਚੇਲਾ ਬਣ ਜਾ। ਕਹਿੰਦੇ ਨਾ। ਜਦੋਂ ਨਾ ਹੀ ਟਲੇ ਤੇ ਕਹਿੰਦੇ ਮੈਂ ਇਹਨਾਂ ਨੂੰ ਥੱਲੇ ਤਾਂ ਲਾ ਦਿੰਦਾ, ਉੱਡਦਾ ਨਹੀਂ, ਮੈਂ ਇਹਨਾਂ ਨੂੰ ਥੱਲੇ ਲਾ ਦਿੰਦਾ। ਕਹਿੰਦੇ ਥੱਲੇ ਕਿਵੇਂ ਲਾਹੇਗਾ? ਨਹੀਂ ਲਾ ਸਕਦਾ। ਕਹਿੰਦੇ ਵੇਖ ਫਿਰ ਉਹ ਖੜਾਵਾਂ ਜਿਹੜੀਆਂ ਲੱਕੜ ਦੀਆਂ ਲਾ ਕੇ ਰੱਖੀਆਂ ਸੀ, ਬੈਠ ਕੇ ਚੌਂਕੜਾ ਮਾਰ ਕੇ ਖੜਾਵਾਂ ਲਾ ਕੇ ਸਾਈਡ 'ਤੇ ਰੱਖਤੀਆਂ।
ਆਪਣੀ ਇੱਕ ਲੱਕੜ ਦੀ ਖਰਾਮ ਨੂੰ ਕਹਿੰਦੇ ਸੁਣੀਐ ਕੌਂਸ ਹਮਾਰੀ ਹੋਈ ਆ ਆਕਾਸ਼ਚਾਰੀ, ਜਾ ਖੜਾਮ ਤੂੰ ਜਾ, ਇਹਨਾਂ ਨੂੰ ਥੱਲੇ ਲੈ ਕੇ ਆ ਸਾਰਿਆਂ ਨੂੰ। ਕੌਸਤ ਪਾਤਸ਼ਾਹ ਤਾਂ ਸਭ ਨੂੰ ਬਰਾਬਰ ਕਰਨ ਆਏ ਆ, ਨੀਚਿਆਂ ਨੂੰ ਉੱਚੇ ਕਰਨ ਆਏ ਆ, ਹੰਕਾਰੀਆਂ ਨੂੰ ਥੱਲੇ ਕਰਨੇ ਤਾਂ ਬਰਾਬਰ ਕਰਨ ਆਏ ਨੇ। ਤੇ ਜਦੋਂ ਖੜਾਮ ਨੂੰ ਕਹਿੰਦੇ ਹੁਕਮ ਕੀਤਾ ਤੇ ਉਹ ਲੱਕੜ ਦੀ ਖੜਾਮ ਉੱਡ ਚੱਲੀ, ਤੇ ਜਿਹੜੇ ਉਹ ਜੋਗੀ ਉੱਡ ਰਹੇ ਸੀਗੇ ਉਹਨਾਂ ਦੇ ਕੋਨੇ ਮੋਨੇ ਸਿਰ ਸੀਗੇ ਨੰਗੇ, ਤੇ ਸਿਰ ਦੇ ਵਿੱਚ ਖੜਾਮ ਜਿਹੜੀ ਹੈ ਉਹ ਖੜਾਪ ਖੜਾਪ ਕਰਕੇ ਵੱਜਣ ਲੱਗੀ। ਜਦੋਂ ਸਾਰੀਆਂ ਸਮਾਧੀਆਂ ਟੁੱਟ ਗਈਆਂ, ਸਾਰੇ ਜੋਗੀ ਥੱਲੇ ਡਿੱਗ ਪਏ। ਇੱਦਾਂ ਵੀ ਰੱਬ ਨਹੀਂ ਪਾਇਆ ਜਾਂਦਾ। ਫਿਰ ਸ਼ਰਮਸ਼ਾਰ ਜਿਹੇ ਹੋਏ ਥੱਲੇ ਬੈਠੇ ਆ। ਇੱਕ ਇਹਨਾਂ ਜੋਗੀਆਂ 'ਚੋਂ 5 ਜੋਗੀ ਵਧੀਆ ਸੀ, ਇੱਕ ਮੰਗਲਨਾਥ, ਇੱਕ ਘੁੱਗੂਨਾਥ, 3 ਹੋਰ ਸੀਗੇ, ਇੱਕ ਭਰਥਰੀਨਾਥ, ਇਹਨੂੰ ਵੀ ਗਿਆਨ ਕਰਾਇਆ ਸੀਗਾ। ਇਹ 5 ਜੋਗੀਆਂ ਨੂੰ ਗਿਆਨ ਹੋ ਗਿਆ ਸੀ ਕਿ ਬਾਬਾ ਨਾਨਕ ਕਿਸੇ ਤੋਂ ਜਿੱਤਿਆ ਨਹੀਂ ਜਾਂਦਾ। ਸੋ ਮੰਗਲਨਾਥ ਵਰਗੇ ਉਹ 5 ਜੋਗੀ ਫਿਰ ਉਹਨਾਂ ਨੂੰ ਕਹਿੰਦੇ ਆ ਬਣਾ ਲਿਆ ਚੇਲਾ ਬਾਬੇ ਨਾਨਕ ਨੂੰ, ਹੁਣ ਨੀਵੀਆਂ ਪਾ ਕੇ ਬੈਠਿਓ। ਜੋ ਸਿਰ ਵਿੱਚ ਵੱਜੀਆਂ ਖੜਾਵਾਂ ਸ਼ਕਤੀਆਂ ਸਭ ਦੀਆਂ ਖਿੱਚ ਲਈਆਂ, ਇੱਥੋਂ ਤੱਕ ਕਿ ਗੋਰਖਨਾਥ ਦੀ ਸ਼ਕਤੀ ਵੀ ਖਿੱਚ ਲਈ ਇੱਕ ਵਾਰੀ। ਫਿਰ ਮਾਫੀਆਂ ਮੰਗੀਆਂ, ਮਿੰਨਤਾਂ ਕੀਤੀਆਂ, ਜੀ ਐਂ ਨਾ ਕਰੋ, ਸਾਡੇ ਗੁਰੂ ਦੀ ਸ਼ਕਤੀ ਦੇ ਦਿਓ। ਕਹਿੰਦੇ ਸ਼ਕਤੀ ਦੇ ਦੂੰਗਾ, ਪਰ ਲੋਕਾਂ ਨੂੰ ਡਰਾ ਡਰਾ ਕੇ ਚੇਲੇ ਨਾ ਬਣਾਓ। ਤੁਸੀਂ ਹੰਕਾਰ ਦੇ ਨਾਲ ਤੁਸੀਂ ਐਂ ਉੱਡ ਕੇ ਮਾੜੀ ਮੋਟੀ ਸਿੱਧੀ ਵਿਖਾ ਕੇ ਜਨਤਾ ਨੂੰ ਡਰਾ ਕੇ ਤੇ ਚੇਲਾ ਬਣਾਉਂਦੇ ਹੋ, ਜੋਗੀ ਬਣਾਉਂਦੇ ਹੋ, ਗ੍ਰਸਤੀਆਂ ਨੂੰ ਘਰੋਂ ਕੱਢੀ ਜਾਂਦੇ ਹੋ, ਗਲਤ ਕੰਮ ਕਰ ਰਹੇ ਹੋ, ਕੁਦਰਤ ਦੇ ਖਿਲਾਫ ਹੈ ਇਹ। ਫਿਰ ਉਹਨਾਂ ਨੂੰ ਸਿੱਧੇ ਰਸਤੇ ਪਾ ਕੇ ਪਾਤਸ਼ਾਹ ਅੱਗੇ ਗਏ। ਤੋ ਹਜ਼ਾਰਾਂ ਸਾਲ ਤਪੱਸਿਆ ਕਰਨ ਵਾਲਿਆਂ ਨੂੰ ਵੀ ਰੱਬ ਨਹੀਂ ਮਿਲਿਆ, ਸ਼ਾਂਤੀ ਨਹੀਂ ਆਈ, ਆਨੰਦ ਨਹੀਂ ਆਇਆ। ਆਨਕ ਬਰਖ ਕੀਏ ਜਪ ਤਾਪਾ, ਗਵਨ ਕੀਆ ਧਰਤੀ ਪਰਮਾਤਾ, ਇਖਿਨ ਹਿਰਦੈ ਸ਼ਾਂਤ ਨ ਆਵੈ, ਜੋਗੀ ਬੌੜ ਬੌੜ ਉਠ ਧਾਵੈ ਜੀਓ। ਫਿਰ ਪੁੱਛਣ ਵਾਲੇ ਸਿੱਖ ਨੇ ਪੁੱਛਿਆ, ਮਹਾਰਾਜ ਫਿਰ ਕਿਵੇਂ ਆਊਗਾ? ਕਹਿੰਦੇ ਕਰ ਕਿਰਪਾ ਮੋਹਿ ਸਾਧ ਮਿਲਾਇਆ। 5ਵੇਂ ਪਾਤਸ਼ਾਹ ਕਹਿੰਦੇ ਪਰਮੇਸ਼ਰ ਨੇ ਕਿਰਪਾ ਕੀਤੀ, ਮੈਨੂੰ ਆਪਣੇ ਪਿਆਰੇ ਨਾਲ ਮਿਲਾਇਆ। ਉਹ ਭੇਜੀ ਉਹਨੇ ਆਪਾਂ ਨੂੰ ਦੱਸਣ ਵਾਸਤੇ, ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ। ਕਾਹਦੇ ਵਾਸਤੇ ਭੇਜੇ ਨੇ? ਸਾਨੂੰ ਇਹ ਦੱਸਣ ਵਾਸਤੇ ਕਿ ਮੈਂ ਤੁਹਾਡੇ ਨਾਲ ਹੀ ਰਹਿਣਾ। ਇਹ ਬ੍ਰਹਮ ਗਿਆਨੀ ਸਾਨੂੰ ਦੱਸਦੇ ਹੈ, ਅਤੇ ਇਸੇ ਬ੍ਰਹਮ ਗਿਆਨੀ ਨੂੰ ਹੀ ਪੁੱਛਿਆ ਗਿਆ। 5ਵੇਂ ਪਾਤਸ਼ਾਹ ਜੀ ਕਹਿੰਦੇ ਖੋਜਤ ਖੋਜ ਦਰਸ਼ਨ ਚਾਹੇ, ਭਾਂਤ ਭਾਂਤ ਬਣ ਬਣ ਅਵਗਾਹੇ, ਨਿਰਗੁਣ ਸਰਗੁਣ ਹਰ ਹਰ ਮੇਰਾ, ਕੋਈ ਹੈ ਜੀਓ ਆਣ ਮਿਲਾਵੈ ਜੀਓ, ਜਿਹੜਾ ਸਾਨੂੰ ਮਾਲਕ ਦੇ ਨਾਲ ਮਿਲਾ ਦੇਵੇ। ਕਹੋ ਸਤਨਾਮ ਸ੍ਰੀ। ਗੁਰੂ ਅਰਜਨ ਦੇਵ ਜੀ ਕਹਿੰਦੇ ਇਹਨਾਂ ਕਰਮ ਕਾਂਡਾਂ ਨਾਲ ਨਹੀਂ ਮਿਲ ਸਕਦੇ। ਫਿਰ ਮਹਾਰਾਜ ਕੀ ਕਰੀਏ? ਕਹਿੰਦੇ ਗੁਰੂ ਨੂੰ ਮਿਲੋ, ਪਰਮੇਸ਼ਰ ਦੇ ਪਿਆਰੇ ਨੂੰ ਮਿਲੋ। ਕਰ ਕਿਰਪਾ ਮੋਇ ਸਾਧ ਮਿਲਾਇਆ। ਇੱਕ ਦਿਨ ਗੁਰਮੁਖ ਮਿਲਿਆ, ਬ੍ਰਹਮ ਗਿਆਨੀ ਮਿਲਿਆ, ਰੱਬ ਦਾ ਪਿਆਰਾ ਮਿਲਿਆ। ਮਨ ਤਨ ਸੀਤਲ ਧੀਰਜ ਪਾਇਆ। ਉਹਨੇ ਜੁਗਤੀ ਦੱਸੀ, ਉਹਨੇ ਢੰਗ ਦੱਸਿਆ ਵੀ ਇੱਦਾਂ ਮਿਲੂਗਾ, ਤੁਰੰਤ ਸ਼ਾਂਤੀ ਆ ਗਈ। ਭਰਥਰੀਨਾਥ ਜਿਹੜਾ ਗੋਰਖਨਾਥ ਦਾ ਚੇਲਾ ਸੀਗਾ, ਜੰਗਲ ਦੇ ਵਿੱਚ ਬੈਠਾ ਹੈ। ਧੰਨ ਗੁਰੂ ਨਾਨਕ ਦੇਵ ਜੀ ਉਹ ਜੰਗਲ 'ਚ ਪਹੁੰਚ ਗਏ। ਉਹਦੀ ਕੁਟੀਆ ਦੇ ਬਾਹਰ ਥੋੜ੍ਹੀ ਦੂਰੀ 'ਤੇ ਬੈਠ ਗਏ। ਕਹਿੰਦੇ ਭਰਥਰੀ ਬਾਹਰ ਨਿਕਲਿਆ, 3 ਸਾਧ ਵੇਖ ਕੇ, ਮਰਦਾਨਾ ਤੇ ਬਾਲਾ ਜੀ ਵੀ ਨਾਲ ਸੀ, 3 ਸਾਧ ਵੇਖ ਕੇ ਕੋਲੇ ਆ ਗਏ ਆ। ਕਹਿੰਦੇ ਮਹਾਰਾਜ ਤੁਸੀਂ ਕੌਣ? ਕਹਿੰਦੇ ਵੇਖ ਲਾ, ਤੂੰ ਇੱਥੇ ਕਿਵੇਂ ਬੈਠਾ? ਕਹਿੰਦਾ ਮੈਨੂੰ ਮੇਰਾ ਗੁਰੂ ਇੱਥੇ ਬਿਠਾ ਗਿਆ। ਕਹਿੰਦਾ ਜਿਹੜੇ ਬਚਨ ਤੂੰ ਮੈਨੂੰ ਪੁੱਛਦਾ ਨਾ, ਉਹ ਤੈਨੂੰ ਕਲਯੁਗ ਦੇ ਵਿੱਚ ਬਾਬਾ ਨਾਨਕ ਆਵੇਗਾ, ਉਹ ਦੱਸੂਗਾ, ਤੇ ਇੱਥੇ ਬਹਿ ਜਾ। ਕਹਿੰਦੇ ਵੇਖ ਲਾ। ਫਿਰ ਮਰਦਾਨਾ ਕਹਿੰਦਾ ਉਹੀ ਨਾਨਕ ਹੈ ਜਿਹਨੂੰ ਤੂੰ ਉਡੀਕਦਾ। ਕਹੋ ਸਤਨਾਮ। ਅੱਛਾ ਮਹਾਰਾਜ ਤੁਸੀਂ ਨਾਨਕ ਹੋ। ਫਿਰ ਡੇਰੇ 'ਚ ਗਿਆ, ਆਪਦੇ ਕੁਟੀਆ 'ਚ ਗਿਆ, ਅੰਦਰੋਂ ਇੱਕ ਸ਼ਰਾਬ ਦਾ ਪਿਆਲਾ ਭਰ ਲਿਆਇਆ। ਇਹ ਪੀਂਦੇ ਸੀ, ਸ਼ਾਇਦ ਔਲੇ ਬੌਰੇ ਜੇ ਹੋ ਕੇ ਸ਼ਾਇਦ ਸਮਾਧੀ ਲੱਗਦੀ ਆ। ਬਾਬਾ ਜੀ ਕਹਿੰਦੇ ਇਹ ਕੀ ਆ? ਕਹਿੰਦੇ ਜੀ ਇਹ ਰਸ ਹੈ, ਇਹ ਅਸੀਂ ਅਰਕ ਕੱਢਿਆ ਜੜੀਆਂ ਬੂਟੀਆਂ ਦਾ, ਇਹਨੂੰ ਪੀਓ ਸਮਾਧੀਆਂ ਲੱਗਦੀਆਂ। ਕਹਿੰਦੇ ਐਂ ਸਮਾਧੀ ਲੱਗਦੀ, ਨਾਲੇ ਸ਼ਰਾਬ ਹੈ ਤੁਹਾਡੀ, ਇਹ ਨਸ਼ੇ ਮੱਤ ਮਾਰਦੇ ਆ। ਐਸਾ ਮਦ ਮੂਲ ਨਾ ਪੀਚੀ ਜਿਤ ਵਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ ਖਸਮ ਧੱਕੇ ਖਾਏ। ਕਹਿੰਦੇ ਮਹਾਰਾਜ ਮੈਂ ਇਸ ਕਰਕੇ ਬੈਠਾ ਸੀਗਾ ਕਿ ਸਾਨੂੰ ਤਪੱਸਿਆ ਕਰਦਿਆਂ ਨੂੰ ਸੈਂਕੜੇ ਸਾਲ ਬੀਤ ਗਏ, ਪਰ ਸ਼ਾਂਤੀ ਨਹੀਂ ਆਈ। ਬਾਬਾ ਜੀ ਕਹਿੰਦੇ ਪਰਮੇਸ਼ਰ ਨੂੰ ਕਿਵੇਂ ਸਿਮਰਦੇ ਹੋ? ਕਹਿੰਦੇ ਜੀ ਪ੍ਰਾਣਾਯਾਮ ਕਰਦੇ ਆ, ਆ ਜਿਵੇਂ ਰਾਮਦੇਵ ਕਰਾਉਂਦਾ ਲੋਕਾਂ ਨੂੰ। ਕਿਵੇਂ? ਸਜੀ ਨਾਸਕਾ ਬੰਦ ਕਰਕੇ ਖੱਬੀ ਖੋਲ੍ਹ ਕੇ ਸਵਾਸ ਖਿੱਚਦੇ ਆ, ਸਵਾਸ ਰੋਕ ਲੈਂਦੇ ਆ, ਖੱਬੀ ਬੰਦ ਕਰਕੇ ਸੱਜੀ ਰਾਹੀਂ ਛੱਡ ਦਿੰਦੇ ਆ।
ਕੁੰਭ ਘਰੇਜ ਕਪੂਰ ਕਰਦੇ ਆ, ਕਹਿੰਦੇ ਇਹਦੇ ਨਾਲ ਕੋਈ ਮੰਤਰ ਜੋੜਿਆ? ਕਹਿੰਦੇ ਨਹੀਂ, ਮੰਤਰ ਕੋਈ ਨਹੀਂ ਜੋੜਿਆ, ਬਸ ਸਵਾਸ ਖਿੱਚ ਲਿਆ, ਰੋਕ ਲਿਆ, ਛੱਡਤਾ, ਖਿੱਚ ਲਿਆ, ਰੋਕ ਲਿਆ, ਛੱਡਤਾ। ਕਹਿੰਦੇ ਆਈ ਨਹੀਂ ਮਿਲਦਾ। ਫਿਰ ਤੁਸੀਂ ਦੱਸੋ। ਫਿਰ ਆਹ ਦੱਸਿਆ ਬਾਬੇ ਨਾਨਕ ਨੇ ਭਰਤਰੀ ਨੂੰ। ਵੈਸੇ ਤਾਂ ਵਿਚਾਰਾਂ ਉੱਥੇ ਬਹੁਤ ਹੋਈਆਂ, ਪਰ ਸਮੇਂ ਮੁਤਾਬਕ ਮੇਨ ਗੱਲ ਦੱਸਾਂ। ਬਾਬਾ ਜੀ ਕਹਿੰਦੇ ਆ ਸਿਮਰਨ ਕਰ, ਸਵਾਸ ਨਾਲ ਜੁੜ ਕੇ, ਵਾਹਿਗੁਰੂ 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 ਵਾਹਿਗੁਰੂ। ਜਦੋਂ ਇੱਦਾਂ ਭਰਤਰੀ ਨੂੰ ਸਿਮਰਨ ਕਰਵਾਇਆ, ਉਹਨੂੰ ਨਾਲ ਦੀ ਨਾਲ ਸਮਾਧੀ ਲੱਗ ਗਈ, ਅਸਲੀ ਸ਼ਾਂਤੀ ਆ ਗਈ, ਪਰਮੇਸ਼ਰ ਨਾਲ ਜੁੜ ਗਿਆ। ਕਹਿੰਦਾ ਜੀ ਆਹ ਤਾਂ ਸਾਨੂੰ ਕਦੇ ਪਤਾ ਹੀ ਨਹੀਂ ਸੀਗਾ ਵੀ ਇੰਨਾ ਆਨੰਦ ਹੈ। ਜਿਸ ਆਨੰਦ ਨੂੰ ਤੀਜੇ ਪਾਤਸ਼ਾਹ ਖੁਸ਼ੀ ਜਾ ਕਹਿੰਦੇ ਨੇ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿ ਸੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣੀ ਆਈਆਂ, ਸ਼ਬਦ ਤੇ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ, ਕਾਹੇ ਨਾਨਕ ਇਹੋ ਆਨੰਦ ਹੈ ਸਤਿਗੁਰੂ ਮੈਂ ਪਾਇਆ, ਕਹੇ ਨਾਨਕ ਇਹੋ ਆਨੰਦ ਹੈ। ਤਾਂ ਫਿਰ ਸਿੱਖਾਂ ਨੇ ਪੁੱਛਿਆ ਜੀ ਸਾਨੂੰ ਕਿਵੇਂ ਆਊਗਾ? ਜਿਹੜਾ ਤੁਹਾਨੂੰ ਆਨੰਦ ਆਇਆ, ਤੀਜੇ ਪਾਤਸ਼ਾਹ ਨੂੰ ਪੁੱਛਦੇ ਸਾਨੂੰ ਕਿਵੇਂ ਆਊਗਾ? ਤਾਂ ਉਸ ਵੇਲੇ ਗੁਰੂ ਪਿਆਰਿਓ ਫਿਰ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਫਿਰ ਆਨੰਦ ਸਾਹਿਬ ਦੀ ਬਾਣੀ ਪੂਰੀ ਰਚ ਦਿੰਦੇ ਆ। ਇੱਕ ਜੋਗੀ ਦੇ ਕਾਰਨ ਹੀ ਇਹ ਆਨੰਦ ਸਾਹਿਬ ਰਚਿਆ ਗਿਆ। ਇੱਕ ਜੋਗੀ ਤੀਜੇ ਪਾਤਸ਼ਾਹ ਕੋਲ ਕਹਿੰਦਾ ਸਾਨੂੰ ਆਨੰਦ ਨਹੀਂ ਆਇਆ, ਅਸੀਂ ਬੜਾ ਜ਼ੋਰ ਲਾਉਣੇ ਆ। ਕਹਿੰਦੇ ਫਿਰ ਤੂੰ ਗੁਰੂ ਘਰੇ ਜਨਮ ਲੈ ਲਾ। ਗੁਰੂ ਘਰੇ ਜਨਮ ਲੈਣ ਦੋ ਢੰਗ ਆ, ਇੱਕ ਤਾਂ ਅੰਮ੍ਰਿਤ ਛਕ ਕੇ ਸਿੱਖ ਬਣ ਜਾਣਾ, ਸਿੰਘ ਸੱਜ ਜਾਣਾ ਗੁਰੂ ਕਾ। ਪਰ ਉਹ ਜੋਗੀ ਨੇ ਤਾਂ ਰਿੱਧੀ ਸਿੱਧੀ ਨਾਲ ਜੰਗਲ ਵਿੱਚ ਜਾ ਕੇ ਸਰੀਰ ਤਿਆਗ ਕੇ ਗੁਰੂ ਅਮਰਦਾਸ ਜੀ ਦੇ ਘਰੇ ਬੱਚਾ ਪੈਦਾ ਹੋਣ ਵਾਲਾ ਸੀ, ਉੱਥੇ ਪੋਤਰਾ ਬਣ ਕੇ ਜੰਮ ਪਿਆ। ਕਹੋ ਸਤਨਾਮ ਸ੍ਰੀ। ਇੱਕ ਪੋਤਰੇ ਨਾਮ ਆਨੰਦ ਸੀਗਾ। ਜੇ ਜੋਗੀ ਨੂੰ ਕਿਹਾ ਨਾ ਬਈ ਤੂੰ ਆਹ ਸਰੀਰ ਛੱਡ ਕੇ ਗੁਰੂ ਘਰੇ ਜਨਮ ਲੈ ਲਾ, ਤੈਨੂੰ ਆਨੰਦ ਆ ਜਾਊਗਾ, ਦੇ ਦਿਆਂਗੇ। ਦੇਣਗੇ ਤਾਂ ਹੀ ਜੇ ਗੁਰੂ ਵਾਲੇ ਬਣਾਂਗੇ ਅਸੀਂ। ਪਰ ਉਹ ਜੋਗੀ ਸਰੀਰ ਛੱਡ ਕੇ ਆ ਗਿਆ। ਇੱਧਰ ਕੁਝ ਦਿਨਾਂ ਦੇ ਬਾਅਦ ਜਦ ਘਰੇ ਪੋਤਰਾ ਪੈਦਾ ਹੋਇਆ, ਭਾਈ ਬੱਲੂ ਆ ਕੇ ਸੁਨੇਹਾ ਦਿੰਦਾ, ਮਹਾਰਾਜ ਵਧਾਈਆਂ ਕਾਹਦੀਆਂ, ਤੁਹਾਡੇ ਪੋਤਰਾ ਹੋਇਆ। ਕਹਿੰਦੇ ਅੱਛਾ ਆ ਗਿਆ ਆਨੰਦ, ਜਾ ਲੈ ਕੇ ਆ ਉਹਨੂੰ ਮੇਰੇ ਕੋਲ। ਭਾਈ ਬੱਲੂ ਘਰੇ ਗਿਆ, ਪਰਿਵਾਰ ਨੂੰ ਕਹਿਣ ਲੱਗੇ ਮਾਤਾ ਜੀ ਬੱਚੇ ਨੂੰ ਗੁਰੂ ਸਾਹਿਬ ਨੇ ਮੰਗਾਇਆ। ਮਾਤਾ ਜੀ ਹੋਰਾਂ ਨੇ ਬੱਚੇ ਨੂੰ ਕੱਪੜੇ 'ਚ ਲਪੇਟ ਕੇ ਭੇਜਦਾ, ਬੁੱਕਲ 'ਚ ਲੈ ਕੇ। ਕਹਿੰਦੇ ਹੁਣ ਆਨੰਦ ਆਊਗਾ, ਹੁਣ ਤੂੰ ਆਨੰਦ ਆ ਗਿਆ। ਉਹ ਬੱਚੇ ਦਾ ਨਾਮ ਵੀ ਆਨੰਦ ਰੱਖਿਆ ਅਤੇ ਉਸ ਵੇਲੇ ਆਨੰਦ ਸਾਹਿਬ ਦੀ ਰਚਨਾ ਕੀਤੀ। ਫਿਰ ਉਸ ਬੱਚੇ ਨੂੰ ਸੁਣਾ ਕੇ ਆਨੰਦ ਸਾਹਿਬ ਦਾ ਪਾਠ ਰਚਿਆ। ਔਰ ਬੱਲੂ ਨੂੰ ਕਹਿੰਦੇ ਐਂ ਕਰ ਬੱਲੂ, ਕੋਠੇ 'ਤੇ ਪੀਪਾ ਲੈ ਕੇ ਚੜ੍ਹ ਜਾ, ਗੁਰਦੁਆਰਾ ਚੁਬਾਰਾ ਸਾਹਿਬ ਗੋਇੰਦਵਾਲ ਸਾਹਿਬ ਵਿਖੇ। ਕਹਿੰਦੇ ਕੋਠੇ 'ਤੇ ਚੜ੍ਹ ਜਾ, ਪੀਪਾ ਵਜਾ ਅਤੇ ਨਾਲੇ ਆਨੰਦ ਸਾਹਿਬ ਦੀ ਪੌੜੀ ਗਾ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਭਾਈ ਬੱਲੂ ਨੇ ਕੋਠੇ ਚੜ੍ਹ ਕੇ ਫਿਰ ਇਹ ਪੌੜੀ ਜਿਹੜੀ ਉੱਚੀ ਉੱਚੀ ਗਾਉਣੀ ਸ਼ੁਰੂ ਕੀਤੀ। ਕਹੋ ਸਤਨਾਮ। ਫਿਰ ਪਾਤਸ਼ਾਹ ਨੇ 40 ਪੌੜੀਆਂ ਰਚੀਆਂ। ਸਿੱਖਾਂ ਨੇ ਪੁੱਛਿਆ ਜੀ ਆਨੰਦ ਸਾਨੂੰ ਵੀ ਦੱਸੋ ਕਿਵੇਂ ਆਊਗਾ? ਕਹਿੰਦੇ ਆਨੰਦ ਸਾਹਿਬ ਦੀ ਵਿਚਾਰ ਕਰ ਲਓ, ਇਹਨਾਂ ਪੌੜੀਆਂ ਨੂੰ ਸਮਝ ਲਓ, ਜਿਹੜੀਆਂ ਪੌੜੀਆਂ ਕਹਿੰਦੀਆਂ ਉਵੇਂ ਕਰ ਲਓ, ਤੁਹਾਨੂੰ ਵੀ ਆਨੰਦ ਆ ਜਾਊਗਾ। ਅੰਦਰ ਜਾਓਗੇ ਆਪਦੇ ਆਨੰਦ ਸੁਣੋ ਵਡਭਾਗੀ ਹੋ, ਅੰਦਰੋਂ ਆਨੰਦ ਬਾਜੇ ਸੁਣੋ। ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਈ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪੁਰ ਸਤਿਗੁਰ ਰਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨੰਦ। ਗੁਰੂ ਚਰਨ ਹੀ ਲੱਗੋਗੇ ਤੁਹਾਡੇ ਅੰਦਰ ਹੀ ਬਾਜੇ ਵੱਜ ਪੈਣਗੇ। ਆ ਸਰਸੇ ਸ਼ਬਦ ਦਾ ਭੁਲੇਖਾ ਨਾ ਖਾ ਜਿਓ ਵੀ ਸਰਸੇ ਜਾ ਕੇ ਮਿਲੂਗਾ। ਸੰਤ ਸਾਜਨ ਭਏ ਸਰਸੇ ਰਸ ਨਾਲ ਭਰ ਗਏ।
ਨੱਕੋ ਨੱਕ ਸਰਸੇ ਰਸ ਨਾਲ ਭਰ ਗਏ। ਜੇ ਦੂਜਾ ਅਰਥ ਕਰੀਏ ਸਰਸੇ ਸਰੋਵਰ ਵਰਗੇ ਪਵਿੱਤਰ ਹੋ ਗਏ ਜਦੋਂ, ਤੇ ਰਸ ਨਾਲ ਭਰ ਗਏ। ਇਹ ਗੱਲ ਅੰਦਰੋਂ ਹੀ ਬਣ ਜਾਣੀ ਆ। ਗੁਰੂ ਅਰਜਨ ਦੇਵ ਜੀ ਕਹਿੰਦੇ ਕਰ ਕਿਰਪਾ ਮੋਇ ਸਾਧ ਮਿਲਾਇਆ। ਇਹਨਾਂ ਨੂੰ ਕਿਹੜਾ ਸਾਧ ਮਿਲਿਆ? ਇਹਨਾਂ ਦਾ ਪਿਤਾ ਗੁਰੂ ਰਾਮਦਾਸ, ਕਹੋ ਸਤਨਾਮ ਸੀ। ਇਹਨਾਂ ਦਾ ਨਾਨਾ ਗੁਰੂ ਅਮਰਦਾਸ ਜੀ ਮਹਾਰਾਜ। ਕਹਿੰਦੇ ਇੱਕ ਦਿਨ ਪਰਮੇਸ਼ਰ ਨੇ ਕਿਰਪਾ ਕੀਤੀ, ਇੱਕ ਐਸਾ ਆਪਣਾ ਪਿਆਰਾ ਮਿਲਾਇਆ। ਮਨ ਤਨ ਸੀਤਲ ਧੀਰਜ ਪਾਇਆ। ਮਨ ਤੇ ਤਨ ਸ਼ਾਂਤ ਹੋ ਗਿਆ, ਧੀਰਜ ਆ ਗਿਆ। ਪ੍ਰਭ ਅਬਨਾਸੀ ਬਸਿਆ ਘਟ ਭੀਤਰ। ਜਿਹੜੇ ਰੱਬ ਨੂੰ ਭਾਲਦੀ ਸੀ ਉਹ ਮੇਰੇ ਘਰੇ ਹੀ ਆ ਕੇ ਬਹਿ ਗਿਆ, ਹਿਰਦੇ 'ਚ ਹੀ ਬਹਿ ਗਿਆ। ਵਸਿਆ ਘਟ ਭੀਤਰ। ਹਰ ਮੰਗਲ ਨਾਨਕ ਗਾਵੇ ਜੀਓ। ਹੁਣ ਇਹ ਨਾਨਕ ਪੰਜਵਾਂ ਨਾਨਕ ਗੁਰੂ ਅਰਜਨ ਦੇਵ ਜੀ ਕਹਿੰਦੇ ਹੁਣ ਇਹ ਨਾਨਕ ਬਸ ਉਹਦੇ ਗੀਤ ਹੀ ਗਾਉਂਦਾ, ਹੋਰ ਕਿਸੇ ਦੀ ਗੱਲ ਹੀ ਨਹੀਂ ਕਰਦਾਗਾ। ਫਿਰ ਬਸ ਗੀਤ ਉਸੇ ਦੇ ਜਿਹਦਾ ਵਿਆਹ ਉਸੇ ਦੇ ਗੀਤ, ਕਹੋ ਸਤਨਾਮ ਸ੍ਰੀ। ਤਾਂ ਇਸੇ ਤਰ੍ਹਾਂ ਜਦੋਂ ਮਾਲਕ ਮਿਲ ਗਿਆ ਫਿਰ ਉਹਦੇ ਗੀਤ ਗਾਉਂਦੀ ਹੈ ਜੀਵ ਆਤਮਾ। ਗੱਲ ਚੱਲੀ ਸੀ ਪਿੱਛੋਂ, ਕੱਲ ਵਾਲਾ ਸ਼ਬਦ ਥੋੜਾ ਫਿਰ ਸਰਵਣ ਕਰੋ। ਜਿਤ ਕਰ ਪਿਰ ਸੁਹਾਗ ਬਣਾਇਆ, ਤਿਤ ਕਰ ਸਖੀਏ ਮੰਗਲ ਗਾਇਆ। ਅੰਡ ਬਨੋ ਤਿੱਤੇ ਕਰ ਸੋਹੈ, ਉੱਥੇ ਆਨੰਦ ਖੁਸ਼ੀਆਂ ਮੰਗਲ। ਉਸੇ ਘਰ ਜਿੱਥੇ ਵਿਆਹ ਹੁੰਦਾ ਉੱਥੇ ਗੀਤ ਗਾਏ ਜਾਂਦੇ ਆ ਨਾ। ਉਸ ਹਿਰਦੇ ਰੂਪੀ ਘਰ ਦੇ ਵਿੱਚ ਅੰਨ ਮੰਗਲ ਤਿੱਤੈ ਕਰ ਸੋਹੇ। ਜੋ ਧਨ ਕੰਤ ਸ਼ਿੰਗਾਰੀ ਜੀਓ, ਜਿਸ ਨੂੰ ਮਾਲਕ ਨੇ ਸ਼ਿੰਗਾਰ ਕਰਤਾ। ਕਿਹੜਾ ਸ਼ਿੰਗਾਰ? ਗੁਣਾਂ ਦਾ, ਸਿਮਰਨ ਦਾ, ਭਜਨ ਬੰਦਗੀ ਦਾ, ਜਪ ਤਪ ਦਾ, ਸਤ ਸੰਤੋਖ ਦਾ, ਧੀਰਜ ਦਾ। ਇਹ ਪੰਜੇ ਗੁਣ ਦੁਬਾਰਾ ਗੁਰੂ ਨੇ ਭਰ ਦਿੱਤੇ। ਇਹ ਜੀਵ ਆਤਮਾ ਨੂੰ ਸ਼ਾਂਤੀ ਆ ਗਈ। ਹੁਣ ਤਾਂ ਉਹਦੇ ਗੀਤ ਹੀ ਗਾਉਂਦੀ ਆ। ਪ੍ਰਭ ਅਵਨਾਸੀ ਬਸਿਆ ਘਟ ਭੀਤਰ, ਹਰ ਮੰਗਲ ਨਾਨਕ ਗਾਵੇ ਜੀਓ। ਫਿਰ ਹੋਰ ਕੀ ਕਹਿੰਦੀ ਆ ਸਾਨੂੰ ਦੱਸਣ ਵਾਸਤੇ ਪੰਜਵੇਂ ਪਾਤਸ਼ਾਹ ਦਾ ਅਗਲਾ ਸ਼ਬਦ, ਕਿਉਂਕਿ ਲੜੀ ਆ ਸ਼ਬਦਾਂ ਦੀ, ਲੜੀਆਂ ਬਣਾਈਆਂ ਹੋਈਆਂ ਬਾਣੀ ਵਿੱਚ। ਇੱਕ ਇੱਕ ਲੜੀ ਵਿੱਚ ਕਈ ਕਈ ਸ਼ਬਦ ਇੱਕੋ ਗੱਲ 'ਤੇ ਹੀ ਚੱਲੀ ਜਾਂਦੇ ਆ, ਕਹੋ ਸਤਨਾਮ। ਅਗਲੇ ਸ਼ਬਦ ਵੀ ਜਦੋਂ ਪਤਾ ਲੱਗਿਆ ਫਿਰ ਉਹ ਲੋਕਾਂ ਨੂੰ ਦੱਸਦੀ ਆ, ਦੂਜਿਆਂ ਨੂੰ ਦੱਸਦੀ ਆ। ਉਹ ਮਿਲੀ ਹੋਈ ਰੂਹ ਜਿਹੜੀ ਪਤੀ ਪਰਮੇਸ਼ਰ ਨੂੰ ਮਿਲ ਚੁੱਕੀ ਹੈ ਉਹ ਦੱਸਦੀ ਆ ਉਸ ਆਨੰਦ ਦੀ ਗੱਲ ਕੈਸਾ ਹੈ। ਮਾਝ ਮਹੱਲਾ ਪੰਜਵਾ, ਪਾਰ ਬ੍ਰਹਮ ਅਪਰੰਪਰ ਦੇਵਾ। ਉਹ ਪਰਮੇਸ਼ਰ ਪਰੇ ਤੋਂ ਪਰੇ, ਅਗੰਮ ਅਗੋਚਰ ਲਖ ਭੇਵਾ, ਜਿਹਦਾ ਕੋਈ ਖਾਸ ਰਸਤਾ ਨਹੀਂ, ਪ੍ਰੇਮ ਦੇ ਰਸਤੇ ਮਿਲਦਾ, ਕਹੋ ਸਤਨਾਮ। ਸਾਰੇ ਰਸਤੇ ਉਹਦੇ ਘਰ ਹੀ ਜਾਂਦੇ ਹੈ, ਪਰ ਇਹ ਨਹੀਂ ਕਿ ਕੋਈ ਕਹੇ ਵੀ ਸਾਡਾ ਰਸਤਾ ਸਹੀ ਹੈ। ਹਾਂ, ਪ੍ਰੇਮ ਸਾਰੇ ਰਸਤਿਆਂ 'ਚ ਹੋਵੇ ਤਾਂ ਸਾਰੇ ਰਸਤਿਆਂ ਵਾਲੀ ਪਹੁੰਚ ਜਾਣਗੇ, ਕਹੋ ਸਤਨਾਮ ਸ੍ਰੀ। ਪ੍ਰੇਮ ਤੋਂ ਬਿਨਾਂ ਕਿਸੇ ਨੇ ਨਹੀਂ ਪਹੁੰਚਣਾ। ਤਾਂ ਬਾਬਾ ਜੀ ਕਹਿੰਦੇ ਅਗੰਮ ਅਗੋਚਰ ਲਖ ਭੇਵਾ, ਦੀਨ ਦਿਆਲ ਗੋਪਾਲ ਗੋਬਿੰਦਾ, ਹਰ ਧਿਆਵੋ ਗੁਰਮੁਖ ਗਾਤੀ ਜੀਓ। ਆਓ ਤੁਸੀਂ ਵੀ ਉਹਨੂੰ ਸਿਮਰਿਆ ਕਰੋ, ਜਿਹਨੂੰ ਮੈਂ ਪ੍ਰਾਪਤ ਕੀਤਾ ਤੁਸੀਂ ਵੀ ਪ੍ਰਾਪਤ ਕਰੋ, ਉਹਨੂੰ ਗਾਇਆ ਕਰੋ। ਗੁਰਮੁਖ ਮਧੂਸੂਦਨ ਨਿਸਤਾਰੇ, ਉਹਨੇ ਤਾਂ ਵੱਡੇ ਵੱਡੇ ਮਧੂਸੂਦਨ ਵਰਗੇ ਦੈਂਤਾਂ ਦਾ ਵੀ ਉਧਾਰ ਕਰਤਾ। ਨਿਰਾਹਾਰੀ ਕੇਸ਼ਵ ਨਿਰਵੈਰਾ, ਉਹ ਖਾਂਦਾ ਕੁਛ ਨਹੀਂ ਗਾ। ਕੀ ਖਾਂਦਾ ਫਿਰ ਉਹ? ਸਿਫਤ, ਕਹੋ ਸਤਨਾਮ। ਅੱਜ ਜਿਹੜੀ ਆਪਾਂ ਕਰਦੇ ਹਾਂ ਜਸ, ਇਹ ਉਹਨੂੰ ਪ੍ਰਵਾਨ ਹੈ। ਉਹ ਨਿਰਾਹਾਰੀ ਹੈ, ਕੁਝ ਖਾਂਦਾ ਨਹੀਂ। ਉਹ ਕੇਸ਼ਵ ਕੇਸ਼ਾ ਧਾਰੀ ਹੈ, ਉਹ ਨਿਰਵੈਰ ਹੈ, ਉਹ ਕਿਸੇ ਨਾਲ ਵੈਰ ਨਹੀਂ ਰੱਖਦਾ। ਉਹਦੀ ਹੋਰ ਮਹਿਮਾ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਹੁਣ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗਾ ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਮਿਲਾਓ ਫਤਿਹ, ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਵਾਹਿਗੁਰੂ